ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਨਮਾਨਯੋਗ ਸਾਧ ਸੰਗਤ ਜੀਓ, ਦਾਸ ਅੱਜ ਪੀਰ ਸੁਲੇਮਾਨ ਪ੍ਰੇਤ ਉਸ ਦਾ ਦੁਬਾਰਾ ਜਨਮ ਮਨੁੱਖਾਦੇਹੀ ਦੇ ਵਿੱਚ ਕਿਵੇਂ ਹੋਇਆ ਹੈ, ਇਸ ਵਿਚਿੱਤਰ ਬਰਤਾਂਤ ਨੂੰ ਆਪ ਸਾਰੀਆਂ ਸੰਗਤਾਂ ਦੇ ਨਾਲ ਸਾਂਝਾ ਕਰਦਾ ਹੈਗਾ। ਜਿਵੇਂ ਕਿ ਦਾਸ ਨੇ ਪਿਛਲੀ ਵੀਡੀਓ ਦੇ ਵਿੱਚ ਪੀਰ ਸੁਲੇਮਾਨ ਪ੍ਰੇਤ ਬਾਰੇ ਆਪ ਜੀ ਨੂੰ ਸਾਰਿਆਂ ਨੂੰ ਜਾਣਕਾਰੀ ਦਿੱਤੀ ਸੀ, ਪਰ ਫਿਰ ਵੀ ਥੋੜ੍ਹਾ ਆਪਾਂ ਦੁਹਰਾ ਦਈਏ ਕਿ ਪੀਰ ਸੁਲੇਮਾਨ ਅਰਾਨ ਦੇ ਰਹਿਣ ਵਾਲਾ ਉਹ ਪੀਰ ਸੀਗਾ ਜਿਹੜਾ ਉਹਨਾਂ ਟਾਈਮਾਂ ਦੇ ਵਿੱਚ ਭੂਤਾਂ ਪ੍ਰੇਤਾਂ ਦਾ ਕੰਮ ਕਰਦਾ ਹੁੰਦਾ ਸੀਗਾ ਅਤੇ ਇਹਨਾਂ ਦੇ ਬਦਲੇ ਪੈਸੇ ਲੈਂਦਾ ਹੁੰਦਾ ਸੀਗਾ ਅਤੇ ਆਪਣੇ ਆਪ ਨੂੰ ਪੀਰ ਕਹਾਉਂਦਾ ਹੁੰਦਾ ਸੀਗਾ ਅਤੇ ਆਪਣੇ ਗੁਜ਼ਾਰੇ ਵਾਸਤੇ ਜਾਇਜ਼ ਨਜਾਇਜ਼ ਸਾਰੇ ਤਰ੍ਹਾਂ ਦੇ ਕੰਮ ਕਰਦਾ ਹੁੰਦਾ ਸੀਗਾ। ਅਤੇ ਇਹਦੇ ਗਵਾਂਢ ਦੇ ਵਿੱਚ ਇੱਕ ਕੋਈ ਤਪਸਵੀ ਰਹਿੰਦਾ ਸੀਗਾ। ਇਹ ਜਿਹੜਾ ਤਪਸਵੀ ਸੀਗਾ ਇਹ ਵੀ ਧਾਗੇ ਤਵੀਰ ਦਾ ਕੰਮ ਕਰਦਾ ਹੁੰਦਾ ਸੀਗਾ ਅਤੇ ਇਸ ਤਪਸਵੀ ਦਾ ਸੁਲੇਮਾਨ ਦੀ ਇੱਕ ਲੜਕੀ ਸੀਗੀ, ਉਹਦੇ ਨਾਲ ਨਜਾਇਜ਼ ਜਿਹੜਾ ਸੀਗਾ ਉਹ ਰਿਸ਼ਤਾ ਬਣ ਗਿਆ ਸੀਗਾ, ਜਿਸ ਨੂੰ ਜਿਹੜਾ ਪੀਰ ਸੁਲੇਮਾਨ ਨੂੰ ਪਤਾ ਲੱਗ ਗਿਆ ਸੀ ਉਹਨਾਂ ਟਾਈਮਾਂ ਦੇ ਵਿੱਚ। ਉਹਨੇ ਪਹਿਲਾਂ ਇਸ ਤਪਸਵੀ ਨੂੰ ਬੜੀ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਜਦ ਇਹ ਨਾ ਸਮਝਿਆ, ਇਹ ਰਿਸ਼ਤਾ ਨਾ ਟੁੱਟਾ ਅਤੇ ਫਿਰ ਉਸ ਟਾਈਮ ਪੀਰ ਸੁਲੇਮਾਨ ਨੇ ਸਰਕਾਰੀ ਮਦਦ ਵੀ ਲੈਣੀ ਚਾਹੀ, ਪਰ ਫਿਰ ਵੀ ਜਿਹੜਾ ਇਹ ਤਪਸਵੀ ਸੀਗਾ ਇਹਦਾ ਉਹਨਾਂ ਟਾਈਮਾਂ 'ਚ ਪ੍ਰਭਾਵ ਸੀਗਾ, ਜਿਸ ਕਰਕੇ ਸਰਕਾਰ ਨੇ ਇਹਦੀ ਜਿਹੜੀ ਮਦਦ ਕੋਈ ਨਹੀਂ ਕੀਤੀ ਪੀਰ ਸੁਲੇਮਾਨ ਦੀ। ਅਖੀਰ ਫਿਰ ਪੀਰ ਸੁਲੇਮਾਨ ਨੇ ਵਾਹਿਗੁਰੂ ਦੇ ਅੱਗੇ ਇਹ ਅਰਦਾਸਾਂ ਕਰਨੀਆਂ, ਅੱਲਾ ਦੇ ਅੱਗੇ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਅਗਰ ਵਾਹਿਗੁਰੂ ਨੂੰ ਤਾਕਤ ਦੇਵੇ ਤਾਂ ਸਮਾਂ ਪਾ ਕੇ ਇਸ ਤਪਸਵੀ ਤੋਂ ਆਪਣਾ ਜਿਹੜੀ ਲੜਕੀ ਹੈ ਜਿਹਦੇ ਨਾਲ ਇਹਦਾ ਨਜਾਇਜ਼ ਰਿਸ਼ਤਾ ਹੈਗਾ ਇਹਦਾ ਬਦਲਾ ਜ਼ਰੂਰ ਲਊਗਾ। ਬਸ ਇਸੇ ਸੋਚ ਦੇ ਵਿੱਚ ਪੀਰ ਸੁਲੇਮਾਨ ਦੀ ਜਿਹੜੀ ਉਮਰ ਸੀਗੀ 70 ਸਾਲ ਦੀ ਹੋਈ ਹੈ। 70 ਸਾਲ ਦੀ ਉਮਰ ਦੇ ਵਿੱਚ ਪੀਰ ਸੁਲੇਮਾਨ ਦੀ ਜਦ ਮੌਤ ਹੋਈ, ਇਸ ਮੌਤ ਦੇ ਵਿੱਚ ਸੰਤ ਬਾਬਾ ਈਸਰ ਸਿੰਘ ਨੂੰ ਜੋ ਪੀਰ ਸੁਲੇਮਾਨ ਨੇ ਦੱਸਿਆ ਸੀਗਾ ਮਹਾਂਪੁਰਖਾਂ ਨੂੰ ਕਿ ਉਸ ਮੌਤ ਦੇ ਵਿੱਚ ਮੈਨੂੰ 4 ਜਮਦੂਤ ਲੈਣ ਆਏ ਸੀ, ਕਹਿੰਦੇ ਚਾਰੇ ਮੇਰੇ ਦੁਆਲੇ ਖੜ੍ਹ ਗਏ ਸੀਗੇ। ਉਹਨਾਂ ਦਾ ਜਿਹੜਾ ਸੂਰਤਾਂ ਸੀਗੀਆਂ ਇੰਨੀਆਂ ਭਿਆਨਕ ਸੀਗੀਆਂ ਕਿ ਜਿਹਨੂੰ ਮੈਂ ਦੇਖ ਕੇ ਬੁਰੀ ਤਰ੍ਹਾਂ ਕੰਬ ਗਿਆ ਸੀਗਾ। ਅਤੇ ਇਹਨਾਂ 4 ਜਮਦੂਤਾਂ ਨੇ ਕਹਿੰਦੇ ਮੇਰੇ ਆਉਂਦਿਆਂ ਪਹਿਲਾਂ ਜਿਹੜੀ ਮੇਰੀ ਜ਼ੁਬਾਨ ਸੀ ਇਹ ਬੰਦ ਕਰ ਦਿੱਤੀ ਸੀ, ਪਰ ਜਮਦੂਤ ਕਿਸੇ ਹੋਰ ਨੂੰ ਦਿਖਾਈ ਨਹੀਂ ਸੀ ਦਿੰਦੇ, ਮੈਨੂੰ ਹੀ ਦਿਖਾਈ ਦੇ ਰਹੇ ਸੀ। ਅਤੇ ਇਹਨਾਂ 4 ਜਮਦੂਤਾਂ ਨੇ ਪਹਿਲਾਂ ਤਾਂ ਮੈਨੂੰ ਜਿਹੜੀ ਸੀ ਮਾਰ ਕਟਾਈ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਮੇਰੇ ਸਰੀਰ ਦੇ ਵਿੱਚੋਂ ਮੇਰੀ ਸੂਖਮ ਰੂਹ ਖਿੱਚੀ ਆ। ਜਦ ਮਹਾਂਪੁਰਖਾਂ ਨੂੰ ਬਾਬਾ ਈਸਰ ਸਿੰਘ ਹੁਣਾਂ ਨੂੰ ਸੁਲੇਮਾਨ ਪ੍ਰੇਤ ਨੇ ਸਾਰੀ ਘਟਨਾ ਜਿਹੜੀ ਸੀ ਮਰਨ ਦੇ ਟਾਈਮ ਦੱਸੀ ਆ, ਅਤੇ ਮਹਾਂਪੁਰਖਾਂ ਨੇ ਇਹਨੂੰ ਪੁੱਛਿਆ ਸੀਗਾ ਵੀ ਉਸ ਟਾਈਮ ਦੱਸ ਵੀ ਤੇਰਾ ਜਦੋਂ ਤੇਰੀ ਰੂਹ ਖਿੱਚੀ ਤੈਨੂੰ ਕਿੰਨਾ ਕਸ਼ਟ ਹੋਇਆ ਸੀ। ਤਾਂ ਪੀਰ ਸੁਲੇਮਾਨ ਨੇ ਮਹਾਂਪੁਰਖਾਂ ਨੂੰ ਆਖਿਆ ਸੀਗਾ ਕਿ ਜਿਵੇਂ ਇੱਕ ਕੋਈ ਛਿਟੀ ਹੋਵੇ ਜਿਹੜੀ ਕੰਡਿਆਂ ਦੇ ਨਾਲ ਭਰੀ ਹੋਵੇ ਅਤੇ ਉਹਦੇ ਉੱਤੇ ਕੋਈ ਬਰੀਕ ਕੱਪੜਾ ਪਾ ਦਈਏ, ਭਾਵ ਕਿ ਇੰਨਾ ਮੈਨੂੰ ਦਰਦ ਹੋਇਆ ਸੀਗਾ। ਅਤੇ ਫਿਰ ਜਿਹੜੇ 4 ਜਮਦੂਤ ਸੀ ਕਹਿੰਦੇ ਮੈਨੂੰ ਮਾਰਦੇ ਕੁੱਟਦੇ ਰਸਤੇ ਧਰਮਰਾਜ ਦੀ ਕਚਹਿਰੀ 'ਚ ਲੈ ਗਏ, ਅਤੇ ਇਸ ਘਟਨਾ ਦੇ ਵਿੱਚ ਮਰਨ ਤੋਂ ਬਾਅਦ ਧਰਮਰਾਜ ਦੀ ਕਚਹਿਰੀ ਪਹੁੰਚਣ ਦੇ ਵਿੱਚ ਪੀਰ ਸੁਲੇਮਾਨ ਦੇ ਦੱਸਣ ਦੇ ਅਨੁਸਾਰ ਕਹਿੰਦੇ ਮੈਨੂੰ 1 ਸਾਲ ਲੱਗਾ। ਜਦ ਕਹਿੰਦੇ ਮੈਂ ਧਰਮਰਾਜ ਦੀ ਕਚਹਿਰੀ ਪਹੁੰਚਿਆ ਅਤੇ ਉੱਥੇ ਦੇ ਧਰਮਰਾਜ ਦੇ ਜਿਹੜੇ 2 ਫਰਿਸ਼ਤੇ ਸੀ ਚਤਰ ਅਤੇ ਗੁਪਤ, ਉਹਨਾਂ ਨੇ ਮੇਰਾ ਜਿਹੜਾ ਹਿਸਾਬ ਕਿਤਾਬ ਕਰਕੇ ਧਰਮਰਾਜ ਜੀ ਦੇ ਅੱਗੇ ਪੇਸ਼ ਕਰ ਦਿੱਤਾ। ਅਤੇ ਮੇਰੇ ਧਰਮਰਾਜ ਦੇ ਅੱਗੇ ਜਦੋਂ ਕਹਿੰਦੇ ਮੈਂ ਪੇਸ਼ ਹੋਇਆ ਅਤੇ ਫਿਰ ਕਹਿੰਦੇ ਮੈਨੂੰ ਧਰਮਰਾਜ ਨੇ ਇਹ ਜਿਹੜਾ ਸੀ ਫਰਮਾਨ ਸੁਣਾਇਆ ਹੈਗਾ ਕਿ ਤੂੰ ਸਾਰੀ ਜ਼ਿੰਦਗੀ ਕੋਈ ਚੰਗਾ ਕੰਮ ਨਹੀਂ ਕੀਤਾ ਹੈਗਾ, ਇਸ ਕਰਕੇ ਤੈਨੂੰ ਕੁੰਭੀ ਨਰਕ ਦੀ ਸਜ਼ਾ ਦਿੱਤੀ ਜਾਊਗੀ। ਕਹਿੰਦੇ ਜਦੋਂ ਫਿਰ ਇਹ ਗੱਲ ਹੋਈ ਹੈ ਅਤੇ ਕਹਿੰਦੇ ਫਿਰ ਮੈਨੂੰ ਜਿਹੜੇ ਸੀ ਉਹ ਜਮਦੂਤ ਕੁੰਭੀ ਨਰਕ ਦੇ ਵਿੱਚ ਲੈ ਗਏ। ਕਹਿੰਦੇ ਜਦੋਂ ਮੈਂ ਕੁੰਭੀ ਨਰਕ 'ਚ ਗਿਆ ਅਤੇ ਮੈਂ ਕੀ ਦੇਖਿਆ, ਜਿਹੜਾ ਕੁੰਭੀ ਨਰਕ ਦਾ ਮੇਨ ਦਰਵਾਜ਼ਾ ਸੀਗਾ ਇਹ ਤਕਰੀਬਨ 9 ਇੰਚ ਮੋਟਾ ਸੀਗਾ, ਪਰ ਜਦੋਂ ਮੈਨੂੰ ਇਹਦੇ ਅੰਦਰ ਸਿੱਟਿਆ ਗਿਆ ਅਤੇ ਇਹ ਅੰਦਰ ਜਦੋਂ ਮੈਂ ਦੇਖਿਆ ਅਤੇ ਕੀ ਦੇਖਿਆ ਕਿ ਬਹੁਤ ਲੰਮਾ ਚੌੜਾ ਸੀਗਾ। ਤਕਰੀਬਨ ਸੁਲੇਮਾਨ ਪ੍ਰੇਤ ਦੇ ਦੱਸਣ ਦੇ ਅਨੁਸਾਰ ਜਿਹੜਾ ਕੁੰਭੀ ਨਰਕ ਸੀਗਾ 4000 ਕੋਹ ਤੋਂ ਵੀ ਵੱਡਾ ਸੀਗਾ, ਅਤੇ ਇਹਦੇ ਵਿੱਚ ਗੰਦਗੀ ਬਿਸ਼ਟਾ ਦੇ ਜਿਹੜੇ ਖੂਹ ਸੀਗੇ, ਉਸ ਤੋਂ ਬਾਅਦ ਅਗਨ ਸੀਗੀ, ਪਿਸ਼ਾਬ ਅਤੇ ਬੜਾ ਕੁਛ ਇਹਦੇ ਵਿੱਚ, ਜਾਣੀ ਕਿ ਇੰਨੀ ਬਦਬੂ ਸੀਗੀ ਕਿ ਇਹਦੇ ਵਿੱਚ ਬੜੀਆਂ ਭਿਆਨਕ ਸਜ਼ਾ ਜਿਹੜੀਆਂ ਸੀ ਉਹ ਦਿੱਤੀਆਂ ਜਾਂਦੀਆਂ ਸੀਗੀਆਂ। ਇਹ ਸਾਰੀਆਂ ਸਜ਼ਾਵਾਂ ਜਿਹੜੀਆਂ ਸੀਗੀਆਂ ਸੁਲੇਮਾਨ ਪ੍ਰੇਤ ਨੇ ਵੀ ਉਸ ਕੁੰਭੀ ਨਰਕ ਦੇ ਵਿੱਚ ਕੱਟੀਆਂ। ਜਦੋਂ ਸੁਲੇਮਾਨ ਪ੍ਰੇਤ ਦੀ ਸਜ਼ਾ ਕੁੰਭੀ ਨਰਕ ਤੋਂ ਜਿਹੜੀ ਸੀ ਉਹ ਪੂਰੀ ਹੋ ਗਈ, ਦੁਬਾਰਾ ਫਿਰ ਇਹਨੂੰ ਧਰਮਰਾਜ ਦੇ ਅੱਗੇ ਪੇਸ਼ ਕੀਤਾ ਗਿਆ। ਜਦ ਪੇਸ਼ ਕੀਤਾ ਗਿਆ ਤਾਂ ਫਿਰ ਇਹਨੇ ਧਰਮਰਾਜ ਦੇ ਮੂਹਰੇ ਗਿੜਗੜਾਇਆ। ਜਦੋਂ ਗਿੜਗੜਾਇਆ ਤਾਂ ਧਰਮਰਾਜ ਨੇ ਕਿਹਾ ਹੈਗਾ ਕਿ ਤੈਨੂੰ 1 ਸਾਲ ਜਿਹੜਾ ਤੇਰਾ ਜੋ ਹਿਸਾਬ ਬਣਦਾ ਹੈਗਾ ਜੀਵਨ ਦੇ ਵਿੱਚ, ਜੋ ਵੀ ਤੂੰ ਕੰਮ ਕੀਤਾ ਹੈਗਾ ਉਹਨਾਂ ਕੰਮਾਂ ਦੇ ਹਿਸਾਬਾਂ ਨੂੰ ਦੇਖਦੇ ਹੋਏ 1000 ਸਾਲ ਤੈਨੂੰ ਪ੍ਰੇਤ ਜੂਨ ਦੀ ਜਿਹੜੀ ਉਹ ਸਜ਼ਾ ਭੁਗਤਣੀ ਪਊਗੀ।
ਸੋ ਪ੍ਰੇਤ ਜੂਨ ਦੀ ਜਿਹੜੀ ਸਜ਼ਾ ਹੈਗੀ ਆ, ਜਦ ਤੇਰੀ 1000 ਸਾਲ ਪੂਰੀ ਹੋ ਗਈ ਉਸ ਤੋਂ ਬਾਅਦ ਤੇਰੀ ਜਿਹੜੀ ਮਨ ਦੀ ਮਨਸ਼ਾ ਹੈਗੀ ਆ ਕਿ ਮੇਰੇ ਨਾਲ ਜੋ ਰਹਿੰਦਾ ਸੀਗਾ ਤਪਸਵੀ, ਜਿਹਦਾ ਤੇਰੀ ਲੜਕੀ ਦੇ ਨਾਲ ਨਜਾਇਜ਼ ਸੰਬੰਧ ਸੀ, ਤੇਰੇ ਮਨ ਦੀ ਇੱਛਾ ਸੀ ਕਿ ਮੈਂ ਉਹ ਤੋਂ ਬਦਲਾ ਲੈਣਾ, 1000 ਸਾਲ ਪ੍ਰੇਤ ਦੀ ਜੂਨ ਕੱਟਣ ਤੋਂ ਬਾਅਦ ਫਿਰ ਜਿਹੜਾ ਹੈਗਾ ਤੈਨੂੰ ਕੋਈ ਮਹਾਂਪੁਰਖ ਜਿਹੜੇ ਹਨ ਜਿਨ੍ਹਾਂ ਦਾ ਨਾਂ ਸੰਤ ਬਾਬਾ ਈਸ਼ਰ ਸਿੰਘ ਜੀ ਹੋਏਗਾ, ਉਹ ਤੈਨੂੰ ਮਿਲਣਗੇ ਅਤੇ ਉਹ ਤੈਨੂੰ ਜਿਹੜਾ ਹੈਗਾ ਇਸ ਜੂਨੀ ਤੋਂ ਬੰਦ ਖਲਾਸੀ ਕਰਾਉਣਗੇ। ਤਾਂ ਇਸ ਪ੍ਰੇਤ ਜੂਨ ਦੀ ਆਖਰੀ ਜੂਨ ਦੇ ਵਿੱਚ ਇਹ ਤਪਸਵੀ ਜਿਹੜਾ ਹੈਗਾ ਇਹਦਾ 10ਵਾਂ ਜਾਮਾ ਹੋਊਗਾ ਅਤੇ ਇਹ ਤੈਨੂੰ ਮਿਲੇਗਾ, ਜੇ ਤੋਂ ਤੂੰ ਆਪਣਾ ਜਿਹੜਾ ਹੈ ਬਦਲਾ ਵੀ ਲੈ ਸਕਦਾ ਹੈਗਾ। ਸੋ ਸਾਰੀ ਇਹ ਜਿਹੜੀ ਗੱਲਬਾਤ ਸੀਗੀ ਸੁਲੇਮਾਨ ਪ੍ਰੇਤ ਨੇ ਸੰਤ ਬਾਬਾ ਈਸ਼ਰ ਸਿੰਘ ਹੁਣਾਂ ਨੂੰ ਦੱਸੀ ਸੀਗੀ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਇਹ ਘਟਨਾ ਫਿਰ ਦੇਖੋ ਜੋ ਕਾਰਨ ਕਿਸ ਤਰ੍ਹਾਂ ਦਾ ਬਣਿਆ ਹੈਗਾ ਕਿ ਇੱਧਰ ਤਾਂ ਜਿਹੜਾ ਸੁਲੇਮਾਨ ਪ੍ਰੇਤ ਸੀਗਾ ਇਹ ਪ੍ਰੇਤ ਜੂਨੀ 'ਚ ਮਿਲਾ ਦਿੱਤਾ ਗਿਆ ਸੀਗਾ, ਅਤੇ ਪ੍ਰੇਤ ਜੂਨੀ ਦੇ ਵਿੱਚ ਆਪ ਨੂੰ ਪਤਾ ਹੈਗਾ ਕਿ ਕਿੰਨਾ ਜਿਹੜਾ ਹੈਗਾ ਦੁੱਖ ਹੈਗਾ ਕਿ ਪ੍ਰੇਤ ਜੂਨੀ ਦੀ ਜਿਹੜੀ ਹੈਗੀ ਆ 2 ਤੱਤਾਂ ਦੀ ਬਣੀ ਹੈਗੀ ਆ, ਅਤੇ 2 ਤੱਤਾਂ ਦੇ ਹੋਣ ਦੇ ਕਾਰਨ ਆਕਾਸ਼ ਅਤੇ ਅਗਨੀ ਦੇ ਕਾਰਨ ਇਹਦੇ ਵਿੱਚ ਸਦਾ ਜਿਹੜੀ ਹੈ ਨਾ ਉਹ ਸੜਨ ਰਹਿੰਦੀ ਹੈਗੀ ਆ। ਸੋ ਇਸ ਕਰਕੇ ਗੁਰਬਾਣੀ ਨੇ ਵੀ ਕਿਹਾ ਹੈ ਕਿ ਪ੍ਰੇਤ ਜੂਨੀ ਵਿੱਚ ਜਿਹੜੇ ਦੁੱਖ ਆ ਉਹ ਅਤ ਘਣੇ ਜਿਹੜੇ ਹੈ ਇਹਨਾਂ ਪ੍ਰੇਤ ਜੂਨੀਆਂ ਨੂੰ ਪ੍ਰਾਪਤ ਹੁੰਦੇ ਆ। ਸੋ ਦੇਖੋ ਕਾਰਨ ਕਿਸ ਤਰ੍ਹਾਂ ਦਾ ਬਣਿਆ, ਇਹ ਕਾਰਨ ਜਿਹੜਾ ਹੈ ਨਾ ਬੜਾ ਹੀ ਮਨ ਨੂੰ ਇਸ ਤਰ੍ਹਾਂ ਕਹਿ ਲਓ ਕਿ ਬੜਾ ਵਿਚਿੱਤਰ ਕਰਦਾ ਹੈਗਾ। ਸੋ ਇੱਕ ਹੈ ਨਾ ਸਰਦਾਰ ਸ਼ੇਰ ਸਿੰਘ ਜੀ ਹੋਏ ਆ, ਜਿਹੜੇ ਸਰਦਾਰ ਸ਼ੇਰ ਸਿੰਘ ਸੀ ਇਹਨਾਂ ਦੇ ਪਰਿਵਾਰ ਦੇ ਵਿੱਚ 4 ਲੜਕੇ ਸੀਗੇ, 2 ਲੜਕੀਆਂ ਸੀਗੀਆਂ। ਸਮਾਂ ਪਾ ਕੇ ਇਹਨਾਂ ਨੂੰ ਹੈ ਨਾ ਸਹਾਰਨਪੁਰ ਏਰੀਏ ਦੇ ਵਿੱਚ ਇੱਕ ਮੁਗਲ ਖੇੜਾ ਜਿਹੜਾ ਸੀਗਾ ਪਿੰਡ, ਉੱਥੇ ਇਹਨਾਂ ਨੂੰ ਜ਼ਮੀਨ ਅਲਾਟ ਹੋਈ। ਸੋ ਫਿਰ ਸਰਦਾਰ ਸ਼ੇਰ ਸਿੰਘ ਜਿਹੜੇ ਸੀਗੇ ਇਸ ਮੁਗਲ ਖੇੜਾ ਦੇ ਵਿੱਚ ਪਹੁੰਚੇ ਆ। ਜਦ ਪਹੁੰਚੇ ਆ ਅਤੇ ਆਪਣੇ ਪਰਿਵਾਰ ਦੇ ਨਾਲ ਇੱਥੇ ਰਹਿਣਾ ਸ਼ੁਰੂ ਕਰ ਦਿੱਤਾ ਹੈਗਾ। ਇੱਧਰ ਸੁਲੇਮਾਨ ਨੂੰ ਜਿਹੜਾ ਪ੍ਰੇਤ ਸੀਗਾ ਇਹ ਜਦੋਂ ਪ੍ਰੇਤ ਜੂਨੀ 'ਚ ਆਇਆ ਇਹਦੀ ਰੂਹ ਜਿਹੜੀ ਸੀਗੀ ਦੁਬਾਰਾ ਕਿਉਂਕਿ ਸੁਲੇਮਾਨ ਜਿਹੜਾ ਸੀਗਾ ਇਹ ਇੱਥੇ ਜਿਹੜਾ ਮੁਗਲ ਖੇੜਾ ਸੀਗਾ ਇੱਥੇ ਰਹਿ ਗਿਆ ਸੀਗਾ, ਇਹਨੇ ਇੱਥੇ ਵਿਆਹ ਕਰਾ ਲਿਆ ਸੀਗਾ, ਇੱਥੇ ਜਦ ਮਰਿਆ ਸੀ ਇੱਥੇ ਇਹਦੀ ਕਬਰ ਜਿਹੜੀ ਸੀਗੀ ਬਣੀ ਸੀਗੀ। ਅਤੇ ਸੁਲੇਮਾਨ ਪ੍ਰੇਤ ਜਿਹੜਾ ਸੀਗਾ ਮਰ ਕੇ ਪ੍ਰੇਤ ਜੂਨੀ ਤੋਂ ਬਾਅਦ ਫਿਰ ਇਸੇ ਕਬਰ 'ਤੇ ਪਹੁੰਚ ਗਿਆ ਸੀਗਾ। ਜਦ ਸੁਲੇਮਾਨ ਪ੍ਰੇਤ ਵੀ ਜਿਹੜਾ ਸੀਗਾ ਇਸੇ ਕਬਰ 'ਤੇ ਪਹੁੰਚਿਆ ਅਤੇ ਉਸ ਤੋਂ ਬਾਅਦ ਫਿਰ ਇੱਥੇ 5 ਪ੍ਰੇਤ ਹੋਰ ਵੀ ਨਾਲ ਕਬਰ 'ਤੇ ਰਹਿਣੇ ਸ਼ੁਰੂ ਕਰ ਦਿੱਤੇ। ਇੱਥੇ ਹੀ ਸੁਲੇਮਾਨ ਜਿਹੜਾ ਪ੍ਰੇਤ ਸੀਗਾ ਕਿਉਂਕਿ ਇਹਨੇ ਆਪਣੀ ਖੁਰਾਕ ਤਾਂ ਪੂਰੀ ਕਰਨੀ ਸੀਗੀ, ਇਸ ਕਰਕੇ ਕਦੀ ਕਦੀ ਜਿਹੜਾ ਸੀਗਾ ਇਹ ਜਿਹੜਾ ਸੁਲੇਮਾਨ ਸੀਗਾ ਇਹ ਕਿਸੇ ਜਿਹੜੇ ਪ੍ਰਾਣੀ ਨੂੰ ਆਪਣਾ ਸ਼ਿਕਾਰ ਬਣਾਉਂਦਾ ਸੀਗਾ, ਬਣਾ ਕੇ ਜਿਹੜਾ ਸੀਗਾ ਉਹ ਤੋਂ ਆਪਣੀ ਖੁਰਾਕ ਲੈਂਦਾ ਸੀਗਾ, ਸਮਾਂ ਪਾ ਕੇ ਉਹਨੂੰ ਮਾਰ ਵੀ ਦਿੰਦਾ ਸੀਗਾ। ਸੋ ਇਸੇ ਤਰ੍ਹਾਂ ਦਾ ਜਿਹੜਾ ਕਾਰਨ ਸੀਗਾ ਸਰਦਾਰ ਸ਼ੇਰ ਸਿੰਘ ਦਾ ਲੜਕਾ ਜਿਹੜਾ ਵੱਡੇ ਤੋਂ ਛੋਟਾ ਸੀਗਾ ਜਿਹਦਾ ਨਾਂ ਸੀ ਸਰਦਾਰ ਮਨਮੋਹਨ ਸਿੰਘ, ਇਹ ਵੀ ਕੁਦਰਤੀ ਕਾਰਨ ਕੀ ਬਣਿਆ ਕਿ ਸੁਲੇਮਾਨ ਦੀ ਪ੍ਰੇਤ ਦੀ ਕਬਰ ਦੇ ਕੋਲੋਂ ਦੀ ਜਦੋਂ ਲੰਘਿਆ ਉੱਥੇ ਇਹਨੇ ਹੈ ਨਾ ਕਬਰ ਦੇ ਉੱਤੇ ਪਿਸ਼ਾਬ ਕਰ ਦਿੱਤਾ। ਬਸ ਪਿਸ਼ਾਬ ਕਰ ਦਿੱਤਾ, ਪਿਸ਼ਾਬ ਕਰਦੇ ਸਾਰੀ ਸੁਲੇਮਾਨ ਪ੍ਰੇਤ ਜਿਹੜਾ ਸੀਗਾ ਇਸੇ ਤਾਕ ਦੇ ਵਿੱਚ ਸੀਗਾ ਕਿਉਂਕਿ ਉਹਦੇ 1000 ਸਾਲ ਪੂਰੇ ਹੋਣ ਦੇ ਵਿੱਚ ਕੁਛ ਹੀ ਸਮਾਂ ਰਹਿੰਦਾ ਸੀਗਾ। ਸੋ ਜਿਹੜਾ ਧਰਮਰਾਜ ਦਾ ਫਰਮਾਨ ਸੀਗਾ ਉਹ ਇੱਥੇ ਪੂਰਾ ਹੋਣਾ ਸੀਗਾ। ਅਤੇ ਫਿਰ ਸੁਲੇਮਾਨ ਪ੍ਰੇਤ ਨੇ ਵੀ ਜਿਹੜਾ ਸੀਗਾ ਇਹ ਮਨਮੋਹਨ ਸਿੰਘ ਨੂੰ ਪਛਾਣ ਲਿਆ ਕਿ ਭਾਈ ਇਹ ਉਹੀ ਜਿਹੜਾ ਹੈ ਨਾ ਤਪਸਵੀ ਹੈਗਾ ਜਿਹਨੇ ਮੇਰੀ ਲੜਕੀ ਦੇ ਨਾਲ ਉਹਨਾਂ ਟਾਈਮਾਂ 'ਚ ਨਜਾਇਜ਼ ਸੰਬੰਧ ਬਣਾਏ ਸੀਗੇ। ਬਸ ਇਹ ਪਛਾਣ ਦੇ ਸਾਰੀ ਸੁਲੇਮਾਨ ਪ੍ਰੇਤ ਦੀ ਜਿਹੜੀ ਰੂਹ ਸੀਗੀ ਇਹਦੇ ਅੰਦਰ ਫਿਰ ਮਨਮੋਹਨ ਸਿੰਘ ਦੇ ਉੱਤੇ ਪ੍ਰਵੇਸ਼ ਕਰ ਗਈ। ਜਦ ਅੰਦਰ ਪ੍ਰਵੇਸ਼ ਕੀਤੀ ਤਾਂ ਇਹਨੇ ਫਿਰ ਮਨਮੋਹਨ ਸਿੰਘ ਨੂੰ ਜਿਹੜਾ ਸੀ ਉਹ ਜਕੜ ਲਿਆ। ਜਦ ਮਨਮੋਹਨ ਸਿੰਘ ਨੂੰ ਜਕੜ ਲਿਆ ਹੈ ਨਾ ਬਸ ਫੇਰ ਕੀ ਸੀਗਾ, ਫਿਰ ਜਿਹੜਾ ਮਨਮੋਹਨ ਸਿੰਘ ਸੀਗਾ ਉਹ 'ਤੇ ਐਸਾ ਸੁਲੇਮਾਨ ਦੀ ਜਿਹੜੀ ਆਤਮਾ ਸੀਗੀ ਉਹਦਾ ਅਸਰ ਹੋਇਆ ਹੈਗਾ ਕਿ ਇਹਨੇ ਊਟ ਪਟੰਗ ਬੋਲਣਾ ਸ਼ੁਰੂ ਕਰ ਦਿੱਤਾ, ਜਿਹੜੀਆਂ ਚੀਜ਼ਾਂ ਸੀਗੀਆਂ ਉੱਧਰ ਉੱਧਰ ਖਿਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਹੋਰ ਵੀ ਕਈ ਅਨਹੋਣੀਆਂ ਜਿਹੜੀਆਂ ਗੱਲਾਂ ਜਿਹੜੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਅਤੇ ਇੱਥੋਂ ਤੱਕ ਇਹਨੇ ਆਪਣੇ ਕੇਸ ਵੀ ਜਿਹੜੇ ਸੀ ਉਹ ਮਨਾ ਦਿੱਤੇ ਉਹਨਾਂ ਟਾਈਮਾਂ ਦੇ ਵਿੱਚ। ਇੱਕ ਵਾਰ ਇਹਨਾਂ ਦੇ ਪਿਤਾ ਸਰਦਾਰ ਸ਼ੇਰ ਸਿੰਘ ਨੇ ਹੈ ਨਾ ਜਦੋਂ ਮਨਮੋਹਨ ਸਿੰਘ ਦੀ ਇਹ ਹਾਲਤ ਦੇਖੀ, ਇਹਨੇ ਫਿਰ ਮਨਮੋਹਨ ਸਿੰਘ ਨੂੰ ਇੱਕ ਦਿਨ ਪੁੱਛਿਆ ਹੈਗਾ ਕਿ ਤੂੰ ਇਸ ਤਰ੍ਹਾਂ ਕਿਉਂ ਕਰਦਾ ਹੈਗਾ। ਅਤੇ ਫਿਰ ਮਨਮੋਹਨ ਸਿੰਘ ਨੇ ਦੱਸਿਆ, ਕਹਿੰਦੇ ਵੀ ਮੈਂ ਮਨਮੋਹਨ ਸਿੰਘ ਨਹੀਂ ਹਾਂ, ਮੇਰਾ ਨਾਂ ਪੀਰ ਹੈ, ਮੈਂ ਪੀਰ ਸੁਲੇਮਾਨ ਵਾਂ ਅਤੇ ਮੈਂ ਪ੍ਰੇਤ ਵਾਂ। ਅਤੇ ਜਦ ਇਹ ਗੱਲ ਜਿਹੜੀ ਸੀਗੀ ਇਹਨਾਂ ਦੇ ਪਿਤਾ ਸਰਦਾਰ ਸ਼ੇਰ ਸਿੰਘ ਨੇ ਮਨਮੋਹਨ ਸਿੰਘ ਦੇ ਅੰਦਰੋਂ ਜਿਹੜੀ ਸੀਗੀ ਪ੍ਰੇਤ ਦੀ ਆਵਾਜ਼ ਦੇ ਰੂਪ ਦੇ ਵਿੱਚ ਸੁਣੀ ਹੈ, ਅਤੇ ਇਹਦੇ ਪਿਤਾ ਸਰਦਾਰ ਸ਼ੇਰ ਸਿੰਘ ਜੀ ਬੜੇ ਹੈਰਾਨ ਹੋਏ ਅਤੇ ਮਨ ਹੀ ਮਨ ਡਰ ਵੀ ਗਏ ਬੁਰੀ ਤਰ੍ਹਾਂ। ਅਤੇ ਫਿਰ ਇਹਨੇ ਪੁੱਛਿਆ ਸੀਗਾ ਕਿ ਤੂੰ ਮੇਰੇ ਲੜਕੇ ਨੂੰ ਕਿਉਂ ਫੜਿਆ ਹੈਗਾ। ਅਤੇ ਉਹਨੇ ਕਿਹਾ ਸੀਗਾ ਕਿ ਮੈਂ ਇੱਥੋਂ ਆਪਣੇ ਪਿਛਲੇ ਜਨਮ ਦਾ ਬਦਲਾ ਲੈਣਾ ਹੈਗਾ, ਅਤੇ ਇਹ ਜਿਹੜਾ ਜਨਮ ਦਾ ਬਦਲਾ ਹੈਗਾ ਮੈਂ ਇਹਦੇ ਸਰੀਰ ਦੇ ਵਿੱਚ ਰਹਿ ਕੇ ਹੀ ਇੱਥੋਂ ਪੂਰਾ ਕਰਾਂਗਾ। ਇਸ ਕਰਕੇ ਮੈਂ ਮਨਮੋਹਨ ਸਿੰਘ ਨੂੰ ਕਦੀ ਨਹੀਂ ਛੱਡਾਂਗਾ, ਇਹਦੇ ਉੱਤੇ ਸਦਾ ਹੀ ਆਪਣੀ ਸਵਾਰੀ ਰੱਖਾਂਗਾ। ਜਦ ਇਹਦੇ ਪਿਤਾ ਜੀ ਨੂੰ ਜਿਹੜੇ ਸੀ
ਪੀਰ ਸੁਲੇਮਾਨ ਨੇ ਹੈ ਨਾ ਪ੍ਰੇਤ ਰੂਪ ਦੇ ਵਿੱਚ ਸਾਰੀ ਗੱਲ ਦੱਸ ਦਿੱਤੀ ਆ। ਫਿਰ ਇਹਨਾਂ ਦੇ ਪਿਤਾ ਜੀ ਨੇ ਹੈ ਨਾ ਫਿਰ ਇਸ ਤਰ੍ਹਾਂ ਕੀਤੀ ਆ, ਉਹਨੇ ਕਿਹਾ ਵੀ ਚਲੋ ਠੀਕ ਆ, ਅਸੀਂ ਤੈਨੂੰ ਖੁਸ਼ ਕਰਨ ਵਾਸਤੇ ਜਿਵੇਂ ਤੂੰ ਕਹੂੰਗਾ ਤੇਰੀ ਮਨੌਤ ਕਰਾਂਗੇ। ਫਿਰ ਇਹਨਾਂ ਦੇ ਪਿਤਾ ਜੀ ਨੇ ਹੈ ਨਾ ਇੱਕ ਸ਼ੇਖ ਅਖਤਰ ਖਾਂ ਸੀਗਾ, ਉਹਨੂੰ ਇਹ ਸੇਵਾ ਸੌਂਪੀ ਵੀ ਤੂੰ ਹੈ ਨਾ ਸੁਲੇਮਾਨ ਪ੍ਰੇਤ ਦੀ ਜਿਹੜੀ ਕਬਰ ਹੈਗੀ ਆ ਇਹਦੇ 'ਤੇ ਦੀਵਾ ਬੱਤੀ ਚਿਰਾਗ ਕਰਿਆ ਕਰ ਅਤੇ ਇਹਦੀ ਜਿਹੜੀ ਹੈ ਨਾ ਸੇਵਾ ਸੰਭਾਲ ਕਰ। ਹੋਰ ਸ਼ੇਖ ਅਖਤਰ ਨੇ ਵੀ ਜਿਹੜੀ ਸੀ ਇੱਥੇ ਫਿਰ ਦੀਵਾ ਬੱਤੀ ਚਿਰਾਗ ਕਰਨਾ ਸ਼ੁਰੂ ਕਰ ਦਿੱਤਾ, ਹੋਰ ਸੇਵਾ ਪਾਣੀ ਝਾੜੂ ਦੇਣਾ ਸ਼ੁਰੂ ਕਰ ਦਿੱਤਾ। ਪਰ ਸੁਲੇਮਾਨ ਦੀ ਜਿਹੜੀ ਆਤਮਾ ਸੀ ਇੱਥੇ ਵੀ ਸ਼ਾਂਤ ਨਹੀਂ ਹੋਈ। ਅਤੇ ਫਿਰ ਮਨਮੋਹਨ ਸਿੰਘ ਦਾ ਭਰਾ ਇੱਕ ਅਮਰਜੀਤ ਸਿੰਘ ਸੀਗਾ, ਇਹਨੇ ਇੱਥੇ ਮੇਲਾ ਵੀ ਲਾਉਣਾ ਸ਼ੁਰੂ ਕਰ ਦਿੱਤਾ। ਪਰ ਮੇਲਾ ਲਾਉਣ ਦੇ ਤੋਂ ਬਾਅਦ ਵੀ ਜਦ ਸੁਲੇਮਾਨ ਦੀ ਜਿਹੜੀ ਆਤਮਾ ਸੰਤੁਸ਼ਟ ਨਹੀਂ ਹੋਈ ਆ, ਫਿਰ ਇਹਨਾਂ ਕੀ ਕੀਤਾ ਕਿ ਇਸ ਮਨਮੋਹਨ ਸਿੰਘ ਨੂੰ ਦਿਖਾਉਣ ਵਾਸਤੇ ਇੱਕ ਵਾਰ ਹੈ ਨਾ ਕਿਸੇ ਮੌਲਵੀ ਦੇ ਕੋਲ ਜਿਹੜੇ ਸੀ ਇਹਨਾਂ ਦੇ ਘਰ ਦੇ ਲੈ ਗਏ। ਜਦ ਘਰ ਦੇ ਲੈ ਗਏ ਅਤੇ ਜਦੋਂ ਮੌਲਵੀ ਨੇ ਝਾੜ ਫੂਕ ਕੀਤੀ ਆ ਅਤੇ ਫਿਰ ਇਹ ਸੁਲੇਮਾਨ ਨੇ ਹੈ ਨਾ ਇਹਦੇ ਸਰੀਰ ਦੇ ਵਿੱਚ ਮੌਲਵੀ ਦੀ ਜਿਹੜੀ ਸੀ ਉਹ ਦਾੜੀ ਨੂੰ ਹੱਥ ਪਾ ਲਿਆ ਅਤੇ ਦਾੜੀ ਪੱਟ ਸਿੱਟੀ, ਜਿਸ ਕਰਕੇ ਮੌਲਵੀ ਜਿਹੜਾ ਸੀਗਾ ਉਹ ਪੂਰੀ ਤਰ੍ਹਾਂ ਭੈਭੀਤ ਹੋ ਗਿਆ ਅਤੇ ਦੌੜ ਗਿਆ। ਫਿਰ ਇਹਨਾਂ ਨੇ ਇਸੇ ਤਰ੍ਹਾਂ ਹੈ ਨਾ ਹੋਰ ਵੀ ਕਈ, ਇੱਕ ਹਾਜੀ ਪੀਰ ਸੀ, ਜਦ ਉਹਨਾਂ ਨੇ ਵੀ ਦਿਖਾ ਲਿਆ ਹੈਗਾ, ਉਹਨੇ ਵੀ ਤਵੀਤ ਬਾਤ ਦਿੱਤੇ ਜਾਂ ਤਵੀਤ ਦਿੱਤੇ ਆ। ਅਤੇ ਸੁਲੇਮਾਨ ਪ੍ਰੇਤ ਨੇ ਫਿਰ ਹੈ ਨਾ ਮਨਮੋਹਨ ਸਿੰਘ ਦੇ ਸਰੀਰ ਦੇ ਵਿੱਚ, ਕਿਉਂਕਿ ਮਨਮੋਹਨ ਸਿੰਘ ਦੇ ਸਰੀਰ ਨੂੰ ਪੂਰੀ ਤਰ੍ਹਾਂ ਕੰਟਰੋਲ ਕਰ ਲਿਆ ਸੀਗਾ, ਅਤੇ ਇਹਨੇ ਉਹ ਜਿਹੜੇ ਤਵੀਤ ਸੀ ਹੈ ਨਾ ਉਹ ਵੀ ਤੋੜ ਦਿੱਤੇ। ਇਸੇ ਤਰ੍ਹਾਂ ਹੈ ਨਾ ਇਹਨਾਂ ਨੇ ਹੋਰ ਵੀ ਕਈਆਂ ਨੂੰ ਜਿਹੜਾ ਸੀ ਦਿਖਾਲਣ ਦੀ ਕੋਸ਼ਿਸ਼ ਕੀਤੀ, ਪਰ ਜਿੱਥੇ ਵੀ ਦਿਖਾਲਣ ਦੀ ਕੋਸ਼ਿਸ਼ ਕੀਤੀ ਹੈ ਨਾ ਉੱਥੇ ਵੀ ਇਹਨਾਂ ਨੂੰ ਕੋਈ ਕਾਮਯਾਬੀ ਨਹੀਂ ਮਿਲੀ। ਇੱਕ ਮੰਗਲੌਰ ਜਿਹੜੇ ਸੀਗੇ ਉਹ ਵੀ ਮੌਲਵੀ ਸੀਗੇ, ਉਸ ਮੌਲਵੀ ਦੇ ਕੋਲ ਜਦੋਂ ਮਨਮੋਹਨ ਸਿੰਘ ਨੂੰ ਇਹਦੇ ਘਰ ਦੇ ਲੈ ਕੇ ਗਏ, ਉਸ ਮੌਲਵੀ ਨੇ ਨਾ ਅੱਗ ਜਿਹੜੀ ਸੀ ਉਹਦਾ ਧੂਣਾ ਲਾ ਕੇ, ਜਦੋਂ ਲੱਕੜਾਂ ਲਾ ਕੇ ਧੂਣਾ ਲਾਇਆ ਅਤੇ ਮੰਤਰ ਪੜ੍ਹਨੇ ਸ਼ੁਰੂ ਕੀਤੇ। ਉਸ ਟਾਈਮ ਜਿਹੜੀ ਸੀ ਇਹ ਪੀਰ ਸੁਲੇਮਾਨ ਦੀ ਜਿਹੜੀ ਆਤਮਾ ਸੀਗੀ ਇਹ ਪੂਰੀ ਤਰ੍ਹਾਂ ਭੜਕ ਗਈ। ਇਹਨੇ ਇੱਕ ਬਲਦੀ ਲੱਕੜ ਲੈ ਕੇ ਨਾ ਮੌਲਵੀ ਦੇ ਜ਼ੋਰ ਦੇ ਨਾਲ ਮਾਰੀ। ਦੱਸਦੇ ਕਹਿੰਦੇ ਮੌਲਵੀ ਜਿਹੜਾ ਸੀ ਇੰਨਾ ਡਰ ਗਿਆ ਕਿ ਮੂਹਰੇ ਭੱਜਿਆ, ਅਤੇ 3 ਦਿਨ ਜਿਹੜਾ ਮੌਲਵੀ ਸੀਗਾ ਨਾ ਕਹਿੰਦੇ ਉੱਥੇ ਨਹੀਂ ਪਹੁੰਚਾ। ਅਤੇ ਇਹ ਫਿਰ ਜਿਹੜਾ ਸੁਲੇਮਾਨ ਕਹਿੰਦਾ ਸੀਗਾ, ਕਹਿੰਦਾ ਵੀ ਮੈਂ ਇੱਥੋਂ ਤਦ ਤੱਕ ਨਹੀਂ ਜਾਣਾ ਜਦ ਤੱਕ ਮੈਂ ਮੌਲਵੀ ਦੀਆਂ ਆਂਦਰਾਂ ਨਹੀਂ ਕੱਢ ਲੈਂਦਾ। ਭਾਵ ਕੀ ਆ ਕਿ ਸੁਲੇਮਾਨ ਪ੍ਰੇਤ ਨੇ ਨਾ ਆਪਣੀ ਜਿਹੜੀ ਦਹਿਸ਼ਤ ਸੀਗੀ ਮਨਮੋਹਨ ਸਿੰਘ ਦੇ ਸਰੀਰ ਦੇ ਵਿੱਚ ਰਹਿੰਦੀਆਂ ਜਿਹੜੀ ਸੀ ਪੂਰੀ ਬਣਾ ਲਈ ਸੀਗੀ। ਇੱਥੋਂ ਤੱਕ ਇਸ ਇਲਾਕੇ ਦੇ ਵਿੱਚ ਅਗਰ ਕੋਈ ਬਰਾਤ ਵੀ ਆਉਂਦੀ ਸੀ ਹੈ ਨਾ, ਅਗਰ ਉਹ ਜਿਹੜੀ ਬਰਾਤ ਹੈਗੀ ਆ ਇਸ ਇਲਾਕੇ ਦੇ ਵਿੱਚ ਪੀਰ ਸੁਲੇਮਾਨ ਦੀ ਕਬਰ 'ਤੇ ਚੜ੍ਹਾਵਾ ਨਹੀਂ ਸੀ ਚਾੜ੍ਹਦੀ ਹੈ ਨਾ, ਤਾਂ ਫਿਰ ਜਿਹੜਾ ਪੀਰ ਸੁਲੇਮਾਨ ਸੀਗਾ ਉਸ ਬਰਾਤ ਦੇ ਜਿਹੜੇ ਬੰਦਿਆਂ ਨੂੰ ਵੀ ਬਹੁਤ ਜਿਹੜਾ ਸੀ ਉਹ ਤੰਗ ਕਰਦਾ ਹੁੰਦਾ ਸੀਗਾ। ਅਤੇ ਇੱਕ ਵਾਰੀ ਦੱਸਦੇ ਕਿ ਇੱਕ ਬਰਾਤ ਆਈ ਸੀਗੀ, ਉਸ ਬਰਾਤ ਨੇ ਹੈ ਨਾ ਪੀਰ ਸੁਲੇਮਾਨ ਦੀ ਕਬਰ 'ਤੇ ਚੜ੍ਹਾਵਾ ਨਹੀਂ ਚਾੜ੍ਹਿਆ। ਜਦ ਚੜ੍ਹਾਵਾ ਨਹੀਂ ਚੜ੍ਹਿਆ ਅਤੇ ਕਹਿੰਦੇ ਉਸ ਬਰਾਤ ਦੀ ਜਿਹੜੀ ਗੱਡੀ ਸੀਗੀ ਉਹ ਵੀ ਪੀਰ ਸੁਲੇਮਾਨ ਨੇ ਉਲਟਾ ਦਿੱਤੀ ਸੀਗੀ। ਭਾਵ ਕੀ ਹੈ ਕਿ ਪੀਰ ਸੁਲੇਮਾਨ ਜਿਹੜੀ ਸੀਗੀ ਇੰਨੀ ਸ਼ਕਤੀਸ਼ਾਲੀ ਪ੍ਰੇਤ ਆਤਮਾ ਦੀ ਰੂਹ ਸੀ, ਕਿਸੇ ਤੋਂ ਵੀ ਕਾਬੂ ਨਹੀਂ ਸੀ ਆਉਂਦੀ। ਫਿਰ ਇਹਨਾਂ ਦੇ ਪਿਤਾ ਨੇ ਇਹਨਾਂ ਦੇ ਘਰਦਿਆਂ ਹੈ ਨਾ ਫਿਰ ਇਹ ਸੋਚਿਆ ਕਿ ਚਲੋ ਇਸ ਤਰ੍ਹਾਂ ਕਰਦੇ ਇਹਨਾਂ ਨੂੰ ਹੈ ਨਾ ਕਿਸੇ ਗੁਰਦੁਆਰੇ ਸਾਹਿਬ ਲੈ ਜਾਂਦੇ ਆ। ਕਹਿੰਦੇ ਫਿਰ ਇੱਕ ਕਰਤਾਰਪੁਰ ਸਾਹਿਬ ਗੁਰਦੁਆਰਾ ਸੀਗਾ ਜੋ ਇਹਨਾਂ ਦੇ ਘਰ ਦੇ ਉੱਥੇ ਜਿਹੜੇ ਸੀਗੇ ਮਨਮੋਹਨ ਸਿੰਘ ਨੂੰ ਲੈ ਕੇ ਗਏ। ਪਹਿਲਾਂ ਤਾਂ ਮਨਮੋਹਨ ਸਿੰਘ ਅੰਦਰ ਨਹੀਂ ਸੀ ਜਾਂਦਾ, ਪਰ ਜਦੋਂ ਬਹੁਤ ਹੀ ਜਿਹੜਾ ਹੈ ਨਾ ਜਬਰੀ ਖਿੱਚ ਧੂ ਕੇ ਜਦ ਇਹਨੂੰ ਉੱਥੇ ਲੈ ਕੇ ਗਏ ਆ ਅਤੇ ਫਿਰ ਮਨਮੋਹਨ ਸਿੰਘ ਨੇ ਉੱਥੇ ਜਿਹੜਾ ਹੈ ਉਹ ਸਿਰ ਮਾਰਨਾ ਸ਼ੁਰੂ ਕਰ ਦਿੱਤਾ। ਅਤੇ ਉੱਥੇ ਦੇ ਗ੍ਰੰਥੀ ਨੇ ਦੱਸਿਆ ਕਿ ਮੈਂ ਪੀਰ ਸੁਲੇਮਾਨ ਹੈਗਾ ਤਾਂ ਮੈਂ ਇਹਦੇ ਸਰੀਰ ਨੂੰ ਬਿਲਕੁਲ ਨਹੀਂ ਛੱਡਾਂਗਾ। ਫਿਰ ਦੱਸਦੇ ਕਿ ਗ੍ਰੰਥੀ ਸਿੰਘ ਨੇ ਇਹਨਾਂ ਦੇ ਘਰਦਿਆਂ ਨੂੰ ਸੁਝਾਅ ਦਿੱਤਾ ਕਿ ਤੁਸੀਂ ਇਸ ਤਰ੍ਹਾਂ ਕਰੋ ਕਿ ਮਨਮੋਹਨ ਸਿੰਘ ਨੂੰ ਹੈ ਨਾ ਬਾਬਾ ਭੜਭਾਗ ਸਿੰਘ ਜੀ ਦੇ ਡੇਰੇ ਲੈ ਜਾਓ। ਜਦ ਕਹਿੰਦੇ ਪਰਿਵਾਰ ਉੱਥੇ ਵੀ ਲੈ ਕੇ ਗਿਆ ਤਾਂ ਉੱਥੇ ਵੀ ਪੀਰ ਸੁਲੇਮਾਨ ਨੇ ਕਹਿ ਦਿੱਤਾ ਕਿ ਤੁਸੀਂ ਮੈਨੂੰ ਜਿੱਥੇ ਮਰਜ਼ੀ ਲੈ ਲਓ, ਮੈਂ ਆਪਣਾ ਜੋ ਬਦਲਾ ਹੈ ਨਾ ਜਦ ਤੱਕ ਮੇਰਾ ਪੂਰਾ ਨਹੀਂ ਹੁੰਦਾ ਤਦ ਤੱਕ ਮੈਂ ਇਹਦੇ ਸਰੀਰ ਨੂੰ ਬਿਲਕੁਲ ਨਹੀਂ ਛੱਡਣਾ ਹੈਗਾ। ਇਸ ਤਰ੍ਹਾਂ ਕਰਦੇ ਕਰਦੇ ਫਿਰ ਜਿਹੜਾ ਸੀਗਾ ਇਹ ਬੱਚਾ ਜਿਹੜਾ ਸੀਗਾ ਇਹ ਜਦ ਘਰ ਆਇਆ ਅਤੇ ਇਹਨੇ ਘਰ ਆ ਕੇ ਹੈ ਨਾ ਆਪਣੇ ਜਿਹੜੇ ਘਰ ਦੇ ਸੀਗੇ ਸਾਰੇ ਭਰਾ ਭੈਣ ਜਾਂ ਇਹਨਾਂ ਦੇ ਪਿਤਾ ਸੀ ਇਹਨਾਂ ਨੂੰ ਹੈ ਨਾ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਇੱਥੋਂ ਤੱਕ ਕਹਿ ਦਿੱਤਾ ਕਿ ਮੈਂ ਸਾਰੇ ਪਰਿਵਾਰ ਨੂੰ ਹੈ ਨਾ ਪੂਰੀ ਤਰ੍ਹਾਂ ਮਾਰ ਦੇਣਾ ਹੈਗਾ। ਜਦ ਇਹ ਗੱਲ ਹੋਈ, ਜਦ ਇਹਨੇ ਧਮਕੀਆਂ ਦੇਣੀਆਂ ਸ਼ੁਰੂ ਕੀਤੀਆਂ ਹੈ ਅਤੇ ਇਹਨਾਂ ਦੇ ਜਿਹੜੇ ਪਰਿਵਾਰ ਵਾਲੇ ਸੀਗੇ ਉਹ ਵੀ ਬੁਰੀ ਤਰ੍ਹਾਂ ਡਰ ਗਏ ਉਹਨਾਂ ਟਾਈਮਾਂ ਦੇ ਵਿੱਚ। ਇਹਨਾਂ ਦੇ ਪਰਿਵਾਰ ਦੇ ਜਿਹੜੇ ਇੱਕ ਭਰਾ ਨੇ ਉਹਨੇ ਹੈ ਨਾ ਥਾਣੇ ਫਿਰ ਰਿਪੋਰਟ ਦੇ ਦਿੱਤੀ ਮਨਮੋਹਨ ਸਿੰਘ ਦੇ ਖਿਲਾਫ। ਜਦ ਰਿਪੋਰਟ ਦਿੱਤੀ ਪੁਲਿਸ ਆਈ ਹੈ ਅਤੇ ਮਨਮੋਹਨ ਸਿੰਘ ਨੂੰ ਜੇਲ੍ਹ ਦੇ ਵਿੱਚ ਡੱਕ ਦਿੱਤਾ। ਪਰ ਜੇਲ੍ਹ ਤੋਂ ਬਾਅਦ ਵੀ ਜਿਹੜਾ ਹੈ ਨਾ ਮਨਮੋਹਨ ਸਿੰਘ ਸੀਗਾ ਜੇਲ੍ਹ ਦੇ ਵਿੱਚ ਵੀ ਨਹੀਂ ਟਿਕਿਆ। ਇਹਨੇ ਜੇਲ੍ਹ ਦੇ ਵਿੱਚ ਵੀ ਜਿਹੜੇ ਪੁਲਿਸ ਵਾਲੇ ਸੀ ਉਹਨਾਂ ਨੂੰ ਉੱਚੀ ਉੱਚੀ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਅਖੀਰ ਪੁਲਿਸ ਨੇ ਮਜਬੂਰ ਹੋ ਕੇ ਹੈ ਨਾ ਇਹਨੂੰ ਜੇਲ੍ਹ ਦੇ ਵਿੱਚੋਂ ਰਿਹਾ ਕਰ ਦਿੱਤਾ, ਬਾਹਰ ਕੱਢ ਦਿੱਤਾ। ਜਦ ਕੱਢਿਆ ਅਤੇ ਫਿਰ ਇਹ ਜਿਹੜਾ ਮਨਮੋਹਨ ਸਿੰਘ ਸੀਗਾ ਹੈ ਨਾ ਫਿਰ ਇਹ ਜਿਹੜਾ ਸੀਗਾ ਉਹਨਾਂ ਟਾਈਮਾਂ ਦੇ ਵਿੱਚ ਜਿਹਦੇ ਵਿੱਚ ਪ੍ਰੇਤ ਸੁਲੇਮਾਨ ਦੀ ਰੂਹ ਜਿਹੜੀ ਸੀ ਪੂਰੀ ਤਰ੍ਹਾਂ ਸਵਾਰ ਸੀਗੀ, ਇਹ ਇਹਨੂੰ ਲੈ ਕੇ ਫਿਰ ਹਜ਼ੂਰ ਸਾਹਿਬ, ਹੈਦਰਾਬਾਦ, ਅੰਮ੍ਰਿਤਸਰ, ਕਲਕੱਤੇ ਕਈ ਜਗ੍ਹਾ 'ਤੇ ਇਹਨੇ ਘੁਮਾਇਆ। ਪਰ ਜਿਸ ਜਗ੍ਹਾ ਹਿੰਦੁਸਤਾਨ ਦੇ ਸ਼ਹਿਰਾਂ ਦੇ ਵਿੱਚ ਇਹ ਫਿਰਦਾ ਰਿਹਾ, ਕਮਾਲ ਇਹ ਸੀ ਕਿ ਕਿਸੇ ਵੀ ਬੱਸ ਜਾਂ ਰੇਲ ਦੀ ਟਿਕਟ ਜਿਹੜੀ ਸੀ ਇਹਨੇ ਨਹੀਂ ਸੀ ਲਈ ਅਤੇ ਨਾ ਇਹਨੂੰ ਕਿਸੇ ਨੇ ਜਾਣੀ ਟਿਕਟ ਬਾਰੇ ਪੁੱਛਿਆ ਸੀਗਾ।
ਇੱਕ ਵਾਰ ਦੱਸਦੇ ਆ ਕਿ ਇੱਕ ਵਾਰੀ ਹੈ ਨਾ ਕਲਕੱਤੇ ਜਿਹੜੇ ਸੀਗੇ ਜਦੋਂ ਇਹ ਮਨਮੋਹਨ ਸਿੰਘ ਜਿਹੜਾ ਸੀ ਭੁੱਖ ਦੇ ਨਾਲ ਬੁਰੀ ਤਰ੍ਹਾਂ ਵਿਆਕੁਲ ਹੋ ਕੇ ਪਿਆ ਸੀਗਾ ਅਤੇ ਉਸ ਵਿਆਕੁਲਤਾ ਦੇ ਵਿੱਚ ਹੈ ਨਾ ਕਹਿੰਦੇ ਫਿਰ ਇਹਨੂੰ ਕਈ ਦਿਨ ਜਿਹੜੀ ਰੋਟੀ ਨਹੀਂ ਸੀ ਮਿਲੀ ਤਾਂ ਇਹ ਹੈ ਨਾ ਇੱਕ ਜਗ੍ਹਾ ਸੜਕ 'ਤੇ ਬੇਹੋਸ਼ ਹੋ ਕੇ ਜਦ ਚਪਾਟ ਡਿੱਗਿਆ। ਡਿੱਗਦੇ ਸਾਰ ਹੈ ਨਾ ਇਹਦੇ ਸਰੀਰ ਦੇ ਵਿੱਚੋਂ ਫਿਰ ਜਿਹੜਾ ਸੁਲੇਮਾਨ ਪ੍ਰੇਤ ਹੈ ਇਹਨੇ ਹੈ ਨਾ ਕਈ ਤਰ੍ਹਾਂ ਦੇ ਭਵਿੱਖ ਬਚਨ ਕਰਨੇ ਸ਼ੁਰੂ ਕਰ ਦਿੱਤੇ। ਜਦੋਂ ਭਵਿੱਖ ਬਚਨ ਕਰਨੇ ਸ਼ੁਰੂ ਕਰ ਦਿੱਤੇ ਅਤੇ ਆਲੇ ਦੁਆਲੇ ਜਿਹੜੇ ਲੋਕ ਸੀਗੇ ਬਹੁਤ ਇਕੱਠੇ ਹੋ ਗਏ ਅਤੇ ਦਿਵਾਲੇ ਹੋ ਗਏ। ਜਦ ਦਿਵਾਲੇ ਹੋਏ ਤਾਂ ਉੱਥੇ ਇੱਕ ਸੇਠ ਆਇਆ। ਸੇਠ ਨੇ ਜਿਹੜੇ ਸੀ ਆਪਣੇ ਜੀਵਨ ਬਾਰੇ ਕੁਛ ਪੁੱਛਿਆ ਅਤੇ ਇਹ ਸੁਲੇਮਾਨ ਪ੍ਰੇਤ ਨੇ ਮਨਮੋਹਨ ਸਿੰਘ ਦੇ ਸਰੀਰ ਦੇ ਵਿੱਚੋਂ ਜਦੋਂ ਉਹਨੂੰ ਇਹ ਸਾਰਾ ਕੁਛ ਦੱਸਿਆ, ਉਹ ਸੇਠ ਨੇ ਖੁਸ਼ ਹੋ ਕੇ ਹੈ ਨਾ ਤਾਂ ਫਿਰ ਇਹਦੀਆਂ ਜਿਹੜੀਆਂ ਜੇਬਾਂ ਸੀ ਇਹ ਵੀ ਨੋਟਾਂ ਨਾਲ ਭਰ ਦਿੱਤੀਆਂ। ਪਰ ਜਦ ਮਨਮੋਹਨ ਸਿੰਘ ਨੂੰ ਥੋੜ੍ਹੀ ਹੋਸ਼ ਇਹਨੇ ਕੀ ਦੇਖਿਆ ਕਿ ਜਿਹੜਾ ਉਹ ਕਈਆਂ ਦਿਨਾਂ ਤੋਂ ਭੁੱਖ ਨਾਲ ਵਿਆਕੁਲ ਸੀਗਾ, ਜਿਹੜਾ ਉਹਦੀਆਂ ਜਿਹੜੀਆਂ ਜੇਬਾਂ ਸੀ ਸਾਰੀਆਂ ਨੋਟਾਂ ਦੇ ਨਾਲ ਭਰੀਆਂ ਹੋਈਆਂ ਸੀਗੀਆਂ। ਇਸੇ ਤਰ੍ਹਾਂ ਹੈ ਨਾ ਇੱਕ ਵਾਰ ਜਦ ਮਨਮੋਹਨ ਸਿੰਘ ਕਿਤੇ ਜਾ ਰਿਹਾ ਸੀਗਾ, ਇੱਕ ਜਗ੍ਹਾ ਨੇ ਕੀ ਦੇਖਿਆ ਕਿ ਇੱਕ ਭੱਠੀ 'ਤੇ ਜਿਹੜੇ ਸੀ ਜਿਹੜੇ ਮੱਘ ਦੇ ਕੋਲੇ ਸੀਗੇ। ਇਹ ਮੱਘ ਦੇ ਕੋਲੇ ਦੇਖ ਕੇ ਹੈ ਨਾ ਇਸ ਭੱਠੀ ਦੇ ਕੋਲ ਚਲ ਗਿਆ। ਇਹਨੇ ਇੱਕ ਕੋਲਾ ਜਿਹੜਾ ਸੀਗਾ ਉਹ ਮੱਘ ਦਾ ਹੱਥ 'ਚ ਫੜ ਲਿਆ ਅਤੇ ਉਹਨੂੰ ਹਵਾ 'ਚ ਲਾਰਨਾ ਸ਼ੁਰੂ ਕਰ ਦਿੱਤਾ। ਜਦ ਲਾਰਨਾ ਸ਼ੁਰੂ ਕੀਤਾ ਇਸੇ ਤਰ੍ਹਾਂ ਜਿਹੜੇ ਆਲੇ ਦੁਆਲੇ ਲੋਕ ਸੀਗੇ ਉਹ ਵੀ ਇਕੱਠੇ ਹੋ ਗਏ। ਇਹਨੇ ਜਿੰਨੇ ਵੀ ਭੱਠੀ ਦੇ ਕੋਲੇ ਸੀ ਹਵਾ 'ਚ ਲਾਰਨੇ ਸ਼ੁਰੂ ਕਰ ਦਿੱਤੇ ਅਤੇ ਇੱਕ ਕੋਲਾ ਜਿਹੜਾ ਸੀ ਬਲਦਾ ਖਾਣਾ ਸ਼ੁਰੂ ਕਰ ਦਿੱਤਾ। ਇਹ ਦੇਖ ਕੇ ਆਲੇ ਦੁਆਲੇ ਜਿਹੜੇ ਲੋਕੀ ਸੀ ਉਹ ਵੀ ਬੜੇ ਭੈਭੀਤ ਹੋਏ। ਪਰ ਭੈਭੀਤ ਹੋ ਕੇ ਇਸੇ ਤਰ੍ਹਾਂ ਹਨ ਮਨਮੋਹਨ ਸਿੰਘ ਜਿਹੜਾ ਸੀਗਾ ਇਹ ਮੱਘ ਦੇ ਜਿਹੜੇ ਕੋਲੇ ਖਾਂਦਾ ਰਿਹਾ। ਭਾਵ ਕੀ ਆ ਪ੍ਰੇਤ ਸੁਲੇਮਾਨ ਜਿਹੜਾ ਸੀ ਇਸ ਤਰ੍ਹਾਂ ਦੇ ਇਹਨੂੰ ਕਸ਼ਟ ਦੇ ਕੇ ਆਪਣਾ ਜਿਹੜਾ ਬਦਲਾ ਸੀਗਾ ਉਹ ਵੀ ਪੂਰਾ ਕਰਦਾ ਰਿਹਾ। ਇੱਕ ਵਾਰ ਮਨਮੋਹਨ ਸਿੰਘ ਦਾ ਇੱਕ ਮਿੱਤਰ ਹੁੰਦਾ ਸੀ ਜਿਹਦਾ ਨਾਂ ਹੁੰਦਾ ਸੀ ਦਲੀਪ ਸਿੰਘ। ਜਿਹੜੇ ਦਲੀਪ ਸਿੰਘ ਸੀਗੇ ਦੁੱਧ ਵੇਚਣ ਦਾ ਕੰਮ ਕਰਦੇ ਹੁੰਦੇ ਸੀਗੇ। ਅਤੇ ਇੱਕ ਵਾਰ ਹੈ ਨਾ ਦਲੀਪ ਸਿੰਘ ਨੇ ਮਨਮੋਹਨ ਸਿੰਘ ਨੂੰ ਇਹ ਪੁੱਛਿਆ ਹੈਗਾ ਕਿ ਤੂੰ ਇੰਨੀਆਂ ਲੋਕਾਂ ਨੂੰ ਜਿਹੜੇ ਭਵਿੱਖ ਬਚਨ ਦੱਸਦਾ ਹੈਗਾ, ਕੀ ਤੂੰ ਮੈਨੂੰ ਬੰਬਈ ਦਿਖਾ ਸਕਦਾ ਹੈਗਾ? ਜਦ ਇਹਨੇ ਬੰਬੇ ਦੀ ਗੱਲ ਕੀਤੀ ਆ ਅਤੇ ਇਹਨੇ ਕਿਹਾ ਕਿ ਮੈਂ ਤੈਨੂੰ ਦਿਖਾ ਸਕਦਾ ਹੈਗਾ। ਉਹ ਦਲੀਪ ਸਿੰਘ ਦੱਸਦਾ ਸੀਗਾ, ਕਹਿੰਦਾ ਵੀ ਜਦੋਂ ਹੈ ਨਾ ਇਹਨੇ ਮੈਨੂੰ ਕਿਹਾ ਹੈਗਾ ਕਿ ਚੱਲ ਤੈਨੂੰ ਮੈਂ ਬੰਬੇ ਲੈ ਕੇ ਚੱਲਦਾ ਹੈਗਾ। ਕਹਿੰਦੇ ਇਹਨੇ ਕਹਿਣ ਦੀ ਡੇਟ ਸੀ ਮੈਨੂੰ ਇਸ ਤਰ੍ਹਾਂ ਪ੍ਰਤੀਤ ਹੋਇਆ ਕਿ ਜਿਵੇਂ ਮੈਂ ਹਵਾ ਦੇ ਵਿੱਚ ਉੱਡ ਰਿਹਾ ਹੈ। ਅਤੇ ਉਸ ਤੋਂ ਬਾਅਦ ਕਹਿੰਦੇ 48 ਘੰਟੇ ਹੈ ਨਾ ਮੈਨੂੰ ਕੋਈ ਬੇਸੁੱਧ ਨਹੀਂ ਰਹੀ। ਲੇਕਿਨ ਉਸ ਬੰਬੇ ਸ਼ਹਿਰ ਦੇ ਵਿੱਚ ਪ੍ਰੇਤ ਸੁਲੇਮਾਨ ਨੇ ਕਹਿੰਦੇ ਮੈਨੂੰ ਬਹੁਤ ਸਾਰਾ ਸਮਾਨ ਅਤੇ ਕਹਿੰਦੇ ਰੁਪਈਏ ਲੈ ਕੇ ਦਿੱਤੇ। ਇੱਥੋਂ ਤੱਕ ਬੜੀ ਹੈਰਾਨੀ ਦੀ ਗੱਲ ਸੀ ਕਿ ਇੱਕ ਦੁਕਾਨ ਦੇ ਉੱਤੇ ਪੀਰ ਸੁਲੇਮਾਨ ਨੇ ਕਹਿੰਦੇ ਮਨਮੋਹਨ ਸਿੰਘ ਦੇ ਸਰੀਰ ਦੇ ਵਿੱਚ ਰਹਿੰਦਿਆਂ ਹੋਇਆਂ ਮੈਨੂੰ ਕਹਿੰਦੇ ਪੁਰਾਣੇ ਕੱਪੜੇ ਜਿਹੜੇ ਸੀਗੇ ਕਹਿੰਦੇ ਉਹ ਲਹਾ ਕੇ ਨਵੇਂ ਕੱਪੜੇ ਪਵਾਤੇ। ਪਰ ਕਹਿੰਦੇ ਵੀ ਮੈਨੂੰ ਇਹ ਸਮਝ ਨਹੀਂ ਆਈ ਕਿ ਸਾਰੀ ਜਿਹੜੀ ਵਿਚਿੱਤਰ ਖੇਡ ਹੈ ਕਿਵੇਂ ਮੇਰੇ ਨਾਲ ਵਾਪਰ ਗਈ ਕਿ ਮੈਂ 48 ਘੰਟੇ ਬੰਬੇ ਸ਼ਹਿਰ ਦੇ ਵਿੱਚ ਘੁੰਮਦਾ ਰਿਹਾ। ਪਰ ਕਹਿੰਦੇ ਵੀ ਮੈਂ ਹੈਰਾਨ ਸੀਗਾ ਕਿ ਜਿਵੇਂ ਇਹ ਇੱਕ ਬਹੁਤ ਜਿਹੜਾ ਨਾ ਸੁਪਨਾ ਜਾਂ ਹਕੀਕਤ ਦੇ ਤੌਰ 'ਤੇ ਮੇਰੇ ਨਾਲ ਇਸ ਤਰ੍ਹਾਂ ਹੋਇਆ। ਪਰ ਜਦੋਂ ਕਹਿੰਦੇ ਮੈਨੂੰ ਹੋਸ਼ ਆਈ ਜਦ ਮੈਂ ਆਪਣਾ ਜਿਹੜਾ ਸਰੀਰ ਦੇਖਿਆ ਅਤੇ ਮੈਂ ਕੀ ਦੇਖਿਆ ਕਿ ਉਹ ਜੋ ਸੁਲੇਮਾਨ ਪ੍ਰੇਤ ਨੇ ਮੈਨੂੰ ਚੀਜ਼ਾਂ ਲੈ ਕੇ ਦਿੱਤੀਆਂ ਸੀ ਉਹ ਵੀ ਮੇਰੇ ਕੋਲ ਸੀ ਅਤੇ ਮੇਰੇ ਜਿਹੜੇ ਨਵੇਂ ਕੱਪੜੇ ਵੀ ਪਾਏ ਹੋਏ ਸੀਗੇ। ਖੈਰ ਇਸ ਤਰ੍ਹਾਂ ਘੁੰਮਦੇ ਹੈ ਨਾ ਦੇਖੋ ਅਖੀਰ ਜਿਹੜੀ ਸੀ ਕਿ ਜੋ ਕਾਰਨ ਬਣਨਾ ਸੀਗਾ ਉਹ ਬਣਨਾ ਸੀਗਾ ਬਾਬਾ ਈਸ਼ਰ ਸਿੰਘ ਮਹਾਂਪੁਰਖਾਂ ਦੇ ਚਰਨਾਂ ਵਿੱਚ ਆਉਣਾ। ਸੋ 1967 ਦੇ ਵਿੱਚ ਨਾ ਹਾਫੜ ਦੇ ਵਿੱਚ ਸਰਦਾਰ ਸੁੱਚਾ ਸਿੰਘ ਦੇ ਘਰ ਜਦੋਂ ਮਹਾਂਪੁਰਖ ਬਾਬਾ ਈਸ਼ਰ ਸਿੰਘ ਜੀ ਆਏ ਆ ਅਤੇ ਇੱਥੇ ਇਹਨਾਂ ਦੇ ਘਰ ਆ ਕੇ ਨਾ ਜਦ ਸੰਗਤਾਂ ਨਾਲ ਬਚਨ ਵਿਲਾਸ ਕਰ ਰਹੇ ਸੀ ਇੱਥੇ ਮਨਮੋਹਨ ਸਿੰਘ ਪਹੁੰਚ ਗਿਆ। ਜਦ ਮਨਮੋਹਨ ਸਿੰਘ ਪਹੁੰਚਿਆ ਇਹਨੇ ਪਹੁੰਚਦੇ ਸਾਰੀ ਜੋ ਹੀ ਬਾਬਾ ਈਸ਼ਰ ਸਿੰਘ ਜੀ ਦੇ ਦਰਸ਼ਨ ਕੀਤੇ ਨੇ ਉੱਚੀ ਕਹਿਣਾ ਸ਼ੁਰੂ ਕੀਤਾ ਕਿ ਮਹਾਂਪੁਰਖੋ ਮੇਰਾ ਆਧਾਰ ਕਰ ਦਿਓ, ਮੇਰਾ ਆਧਾਰ ਕਰ ਦਿਓ, ਮੇਰਾ ਆਧਾਰ ਤੁਹਾਡੇ ਹੀ ਜਿਹੜਾ ਹੈ ਨਾ ਲਿਖਿਆ ਹੋਇਆ ਹੈਗਾ, ਕਿਰਪਾ ਕਰੋ ਮੈਨੂੰ ਜਿਹੜਾ ਸੀਗਾ ਪ੍ਰੇਤ ਜੂਨੀ 'ਚੋਂ ਮੁਕਤ ਕਰਾਵੋ। ਜਦ ਇਸ ਤਰ੍ਹਾਂ ਦੇ ਜਿਹੜੇ ਸੀਗੇ ਉੱਚੀ ਕੂਕਾਂ ਜਿਹੜੀਆਂ ਸੀਗੀਆਂ ਮਨਮੋਹਨ ਸਿੰਘ ਨੇ ਮਾਰਨੀਆਂ ਸ਼ੁਰੂ ਕੀਤੀਆਂ ਅਤੇ ਜਿੰਨੀ ਨਾਲ ਦੀ ਸੰਗਤ ਸੀ ਉਹ ਵੀ ਬੜੀ ਹੈਰਾਨ ਹੋਈ। ਫਿਰ ਉਸ ਟਾਈਮ ਫਿਰ ਮਹਾਂਪੁਰਖਾਂ ਨੇ ਫਿਰ ਇਹਨੂੰ ਕਿਹਾ ਸੀਗਾ ਕਿ ਚੱਲ ਠੀਕ ਆ ਤੂੰ ਇੱਧਰ ਆ, ਇਹ ਦੱਸ ਵੀ ਤੂੰ ਕੌਣ ਆ। ਜਦ ਇੰਨੀ ਗੱਲ ਹੋਈ ਹੈ ਅਤੇ ਇਹਨੇ ਫਿਰ ਆਪਣੀ ਜਿਹੜੀ ਸਾਰੀ ਹਕੀਕਤ ਸੀ ਪਿਛਲੇ ਜਨਮ ਦੀ ਉਹ ਦੱਸੀ ਸੀਗੀ ਕਿ ਮੈਂ ਅੱਜ ਤੋਂ 1000 ਸਾਲ ਪਹਿਲਾਂ ਨਾਰਾਨ ਦੇ ਵਿੱਚ ਰਹਿਣ ਵਾਲਾ ਮੈਨੂੰ ਪੀਰ ਸੁਲੇਮਾਨ ਆਖਦੇ ਸੀਗੇ। ਤਾਂ ਉਸ ਟਾਈਮ ਫਿਰ ਨਾਦਰ ਸ਼ਾਹ ਦਾ ਜਿਹੜਾ ਹਮਲਾ ਉਹਨਾਂ ਟਾਈਮਾਂ ਦੇ ਵਿੱਚ ਕੋਈ ਹਿੰਦੁਸਤਾਨ ਦੇ ਵਿੱਚ ਰਾਜੇ 'ਚ ਹੋਇਆ ਸੀਗਾ। ਕਹਿੰਦੇ ਮੈਂ ਉਹ ਹਮਲੇ ਦੇ ਨਾਲ ਹੀ ਇੱਥੇ ਆਇਆ ਸੀਗਾ, ਪਰ ਉਹ ਤਾਂ ਕਹਿੰਦਾ ਜਿਹੜਾ ਰਾਜਾ ਸੀਗਾ ਪੂਰਾ ਆਪਣਾ ਜਿਹੜਾ ਮਾਲ ਸੀਗਾ ਲੁੱਟ ਕੇ ਵਾਪਸ ਜਿਹੜਾ ਸੀਗਾ ਪਹੁੰਚ ਗਿਆ ਸੀਗਾ। ਪਰ ਮੈਂ ਇੱਥੇ ਆ ਕੇ ਹੈ ਨਾ ਫਿਰ ਵਿਆਹ ਕਰ ਲਿਆ ਸੀਗਾ। ਇਸ ਵਿਆਹ ਦੇ ਵਿੱਚ ਫਿਰ ਮੇਰਾ ਜਿਹੜਾ ਸੀ ਪਰਿਵਾਰ ਹੋਇਆ ਸੀਗਾ ਅਤੇ ਇਸ ਪਰਿਵਾਰ ਦੇ ਨਾਲ ਮੈਂ ਰਹਿੰਦਾ ਹੋਇਆ ਹੈ ਨਾ ਕਹਿੰਦੇ ਫਿਰ ਇਹ ਜਿਹੜਾ ਇਲਾਕਾ ਸੀ ਮੁਗਲ ਖੇੜਾ ਇੱਥੇ ਹੀ ਕਹਿੰਦੇ ਫਿਰ ਮੈਂ ਆਪਣਾ ਮਕਾਨ ਬਣਾ ਕੇ ਇੱਥੇ ਰਹਿਣਾ ਸ਼ੁਰੂ ਕਰ ਦਿੱਤਾ ਅਤੇ ਇੱਥੇ ਹੀ ਫਿਰ ਮੇਰੀ ਜਿਹੜੀ ਸੀ ਮੌਤ ਹੋਈ ਆ। ਅਤੇ ਇਸ ਮੌਤ ਤੋਂ ਬਾਅਦ ਮੇਰੀ ਕਬਰ ਫਿਰ ਮੇਰੇ ਘਰਦਿਆਂ ਨੇ ਇੱਥੇ ਹੀ ਬਣਾ ਦਿੱਤੀ ਸੀ।
ਤੇ ਇੱਥੇ ਹੀ ਫਿਰ ਜਾਣੀ ਮੁਗਲ ਖੇੜੇ ਦੇ ਵਿੱਚ ਹੀ ਇੱਕ ਜਿਹੜਾ ਤਪਸਵੀ ਸੀਗਾ, ਇਹ ਤਪਸਵੀ ਹੁਣ ਜਿਹੜਾ ਹੈਗਾ ਇਹਦਾ ਜਿਹੜਾ ਜਨਮ ਹੈਗਾ ਮਨਮੋਹਨ ਸਿੰਘ ਦੇ ਜਾਣੀ ਕਿ ਰੂਪ ਦੇ ਵਿੱਚ ਹੋਇਆ ਹੈਗਾ। ਤਾਂ ਮੈਂ ਇਹ ਤੋਂ 1000 ਪਹਿਲਾਂ ਜੋ ਮੇਰੀ ਲੜਕੀ ਦੇ ਨਾਲ ਨਜਾਇਜ਼ ਸੰਬੰਧ ਬਣਾਏ ਸੀ ਉਹਦਾ ਬਦਲਾ ਲੈਣ ਵਾਸਤੇ ਮੈਂ 7 ਸਾਲ ਹੋ ਗਏ ਇਹਦੇ ਸਰੀਰ ਦਾ ਇਸਤੇਮਾਲ ਕਰ ਰਿਹਾ ਹੈਗਾ। ਜਦੋਂ ਮਹਾਂਪੁਰਖਾਂ ਨੂੰ ਸੁਲੇਮਾਨ ਪ੍ਰੇਤ ਨੇ ਇਸ ਤਰ੍ਹਾਂ ਸਾਰਾ ਕੁਝ ਦੱਸਿਆ ਸੀਗਾ, ਮੁੜ ਕੇ ਫਿਰ ਬੇਨਤੀਆਂ ਕੀਤੀਆਂ ਕਿ ਤੁਸੀਂ ਮੈਨੂੰ ਮਨੁੱਖਾ ਜਨਮ ਦਿਵਾਓ। ਤਾਂ ਮਹਾਂਪੁਰਖਾਂ ਨੇ ਪੁੱਛਿਆ ਸੀਗਾ ਕਿ ਤੂੰ ਇਸ ਜਨਮ ਵਿੱਚ ਕੀ ਕਰੇਂਗਾ। ਤਾਂ ਉਹਨੇ ਫਿਰ ਸੁਲੇਮਾਨ ਨੇ ਕਿਹਾ ਸੀਗਾ ਕਿ ਮੈਂ ਇਸ ਜਨਮ ਦੇ ਵਿੱਚ ਤੁਹਾਡੀ ਕਿਰਪਾ ਦੇ ਨਾਲ ਫਿਰ ਨਾਮ ਜਪਾਂਗਾ, ਫਿਰ ਮੇਰੀ ਬੰਦ ਖਲਾਸੀ ਹੋਏਗੀ। ਫਿਰ ਮਹਾਂਪੁਰਖਾਂ ਨੇ ਕਿਹਾ ਸੀਗਾ ਕਿ ਭਾਵੇਂ ਤੂੰ ਪ੍ਰੇਤ ਦੀ ਜੂਨੀ 'ਚ ਹੈ ਪਰ ਫਿਰ ਵੀ ਤੇਰੀ ਜਿਹੜੀ ਮੱਤ ਹੈ ਕਾਫੀ ਸਿਆਣੀ ਹੈਗੀ ਆ। ਤੇ ਸਾਨੂੰ ਇਹ ਦੱਸ ਵੀ ਤੂੰ ਜਿਹੜਾ ਜਨਮ ਅਗਰ ਤੂੰ ਲੈਣਾ ਹੈਗਾ ਤੇ ਤੂੰ ਦੱਸ ਵੀ ਕਿਸੇ ਵੱਡੇ ਘਰ ਲਊਂਗਾ ਤੇ ਜਾਂ ਕਿਸੇ ਹੋਰ ਘਰ ਲਊਂਗਾ। ਫਿਰ ਸੁਲੇਮਾਨ ਪ੍ਰੇਤ ਨੇ ਆਖਿਆ ਸੀਗਾ ਕਿ ਮੈਂ ਅਗਰ ਵੱਡੇ ਘਰ ਜਨਮ ਲਵਾਂ ਜਾਂ ਛੋਟੇ ਲਵਾਂ ਮੈਨੂੰ ਇਹ ਨਹੀਂ ਮਤਲਬ ਹੈ, ਮੈਨੂੰ ਮਤਲਬ ਇੰਨਾ ਹੀ ਹੈ ਕਿ ਮੈਨੂੰ ਮਨੁੱਖੀ ਦੇਹੀ ਪ੍ਰਾਪਤ ਹੋ ਜਾਵੇ ਤੇ ਮਨੁੱਖੀ ਦੇਹੀ ਦੇ ਵਿੱਚ ਆ ਕੇ ਮੈਂ ਤੁਹਾਡੀ ਸ਼ਰਨ ਦੇ ਵਿੱਚ ਫਿਰ ਤੁਹਾਡੀ ਸੇਵਾ ਕਰਾਂ ਤਾਂ ਜੋ ਮੈਨੂੰ ਹਮੇਸ਼ਾ ਵਾਸਤੇ ਸਦਗਤੀ ਪ੍ਰਾਪਤ ਹੋਵੇ। ਫਿਰ ਮਹਾਂਪੁਰਖਾਂ ਨੇ ਬਾਬਾ ਈਸ਼ਰ ਸਿੰਘ ਹੁਣਾਂ ਨੇ ਇੱਕ ਵੱਡੇ ਸਰਦਾਰ ਦਾ ਨਾਂ ਲਿਆ ਸੀਗਾ। ਕਹਿਣ ਲੱਗੇ ਅਗਰ ਤੂੰ ਕਹੇ ਤਾਂ ਤੈਨੂੰ ਅਸੀਂ ਉਹਦੇ ਘਰ ਜਿਹੜਾ ਸੀਗਾ ਜਨਮ ਦਵਾ ਸਕਦੇ ਹਾਂ। ਪਰ ਫਿਰ ਪੀਰ ਸੁਲੇਮਾਨ ਨੇ ਕਿਹਾ ਸੀਗਾ ਕਿ ਮੈਂ ਐਡੇ ਵੱਡੇ ਘਰ 'ਚ ਨਹੀਂ ਜਾਣਾ, ਕਿਉਂਕਿ ਹੋ ਸਕਦਾ ਕਿ ਉਹ ਜਿਹੜਾ ਪਰਿਵਾਰ ਮੀਟ ਮੱਛੀ ਅੰਡਾ ਜਾਂ ਸ਼ਰਾਬ ਦਾ ਸੇਵਨ ਕਰਦਾ ਹੋਵੇ। ਤੁਸੀਂ ਮੈਨੂੰ ਉਹ ਘਰ ਦਵਾਓ ਜਿਹੜਾ ਪੂਰਾ ਵੈਸ਼ਨੋ ਹੋਵੇ। ਜਦ ਮਹਾਂਪੁਰਖਾਂ ਜਿਹੜੇ ਸੀਗੇ ਉਹਨਾਂ ਨੂੰ ਪੀਰ ਸੁਲੇਮਾਨ ਪ੍ਰੇਤ ਨੇ ਇਸ ਤਰ੍ਹਾਂ ਦੀ ਗੱਲ ਕੀਤੀ ਤਾਂ ਕੋਲ ਹੀ ਇੱਕ ਮਹਾਂਪੁਰਖਾਂ ਦੇ ਸੇਵਕ ਹੁੰਦੇ ਸੀਗੇ ਜਿਨ੍ਹਾਂ ਦਾ ਨਾਂ ਸੀਗਾ ਸਰਦਾਰ ਗੁਰਦੇਵ ਸਿੰਘ ਜੀ। ਸੋ ਜਿਹੜੇ ਸਰਦਾਰ ਗੁਰਦੇਵ ਸਿੰਘ ਸੀ ਇਹ ਮਹਾਂਪੁਰਖਾਂ ਦੇ ਬੜੇ ਪ੍ਰੇਮੀ ਸੀਗੇ। ਤਾਂ ਇਹਨਾਂ ਦਾ 14 ਸਾਲ ਪਹਿਲਾਂ ਸ਼ਾਦੀ ਹੋਈ ਸੀ ਤਾਂ ਇਹਨਾਂ ਦੇ ਇੱਕ ਲੜਕੀ ਸੀਗੀ। ਸੋ ਪ੍ਰੇਤ ਸੁਲੇਮਾਨ ਦੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਬਚਿੱਤਰ ਗੱਲਾਂ ਨੂੰ ਸੁਣ ਕੇ ਗੁਰਦੇਵ ਸਿੰਘ ਜਿਹੜੇ ਸੀਗੇ, ਕਿਉਂਕਿ ਇਹ ਵੀ ਬਹੁਤ ਜ਼ਿਆਦਾ ਮਹਾਂਪੁਰਖਾਂ ਦੀ ਕਿਰਪਾ ਕਰਕੇ ਬਹੁਤ ਹੀ ਜ਼ਿਆਦਾ ਸੋਝੀ ਵਾਲੇ ਬਣ ਗਏ ਸੀਗੇ। ਤੇ ਇਹਨਾਂ ਨੇ ਫਿਰ ਬਾਬਾ ਈਸ਼ਰ ਸਿੰਘ ਉਹਨਾਂ ਨੂੰ ਕਹਿ ਦਿੱਤਾ ਸੀਗਾ ਕਿ ਤੁਸੀਂ ਅਗਰ ਕਿਰਪਾ ਕਰੋ ਤੇ ਮੇਰੇ ਘਰ ਦੇ ਵਿੱਚ ਬੱਚੇ ਦੀ ਜਿਹੜੀ ਦਾਤ ਨਹੀਂ ਹੈ ਤੇ ਪ੍ਰੇਤ ਸੁਲੇਮਾਨ ਦਾ ਜਿਹੜਾ ਜਨਮ ਤੁਸੀਂ ਸਾਡੇ ਗ੍ਰਹਿ ਦੇ ਵਿੱਚ ਕਰਾ ਦਿਓ। ਜਦ ਇਹ ਗੱਲ ਜਿਹੜੀ ਸੀਗੀ ਇਹ ਗਿਆਨੀ ਗੁਰਦੇਵ ਸਿੰਘ ਹੁਣਾਂ ਨੇ ਬਾਬਾ ਈਸ਼ਰ ਸਿੰਘ ਹੁਣਾਂ ਨੂੰ ਉਹਨਾਂ ਟਾਈਮਾਂ 'ਚ ਕਹੀ ਤੇ ਫਿਰ ਬਾਬਾ ਈਸ਼ਰ ਸਿੰਘ ਹੁਣਾਂ ਨੇ ਪੀਰ ਸੁਲੇਮਾਨ ਨੂੰ ਪੁੱਛਿਆ ਸੀਗਾ ਜੇ ਤੂੰ ਕਹੇ ਤਾਂ ਅਸੀਂ ਤੇਰਾ ਜਿਹੜਾ ਜਨਮ ਆ ਗੁਰਦੇਵ ਸਿੰਘ ਦੇ ਘਰ ਕਰਾ ਦਈਏ। ਤਾਂ ਪੀਰ ਫਿਰ ਸੁਲੇਮਾਨ ਨੇ ਕਿਹਾ ਸੀਗਾ ਕਿ ਇਹ ਤਾਂ ਬਹੁਤ ਖੁਸ਼ੀ ਦੀ ਗੱਲ ਹੈਗੀ ਆ, ਤੁਸੀਂ ਮੇਰਾ ਜਨਮ ਇਹਨਾਂ ਦੇ ਘਰ ਕਰ ਦਿਓ ਤੇ ਮੈਂ ਇਹਨਾਂ ਦੇ ਘਰ ਜਨਮ ਲੈ ਕੇ ਜੋ ਆਪਣੀ ਪ੍ਰੇਤ ਜੁਨੀ ਤੋਂ ਸਦਾ ਲਈ ਮੁਕਤ ਹੋ ਜਾਵਾਂਗਾ। ਸੋ ਉਸ ਤੋਂ ਬਾਅਦ ਫਿਰ ਦੇਖੋ ਮਹਾਂਪੁਰਖਾਂ ਨੇ ਬਾਬਾ ਈਸ਼ਰ ਸਿੰਘ ਹੁਣਾਂ ਨੇ ਅਰਦਾਸ ਬੇਨਤੀ ਕੀਤੀ। ਜਦ ਅਰਦਾਸ ਬੇਨਤੀ ਕੀਤੀ ਤੇ ਗੁਰਦੇਵ ਸਿੰਘ ਦੀ ਜਿਹੜੀ ਘਰ ਵਾਲੀ ਸੀਗੀ ਜਿਹਦਾ ਨਾਂ ਸੀ ਜਸਮੀਤ ਕੌਰ, ਇਹ ਤਕਰੀਬਨ ਇਹ ਤੇ ਵਾਹਿਗੁਰੂ ਨੇ ਕਿਰਪਾ ਕੀਤੀ ਆ ਤੇ ਇਹਦੇ ਤਕਰੀਬਨ ਅਗਲੇ ਮਹੀਨੇ ਜਿਹੜਾ ਸੀਗਾ ਇਹਦੇ ਘਰ ਖੁਸ਼ੀ ਦੀ ਖਬਰ ਆਈ ਆ। ਜਿਸ ਖਬਰ ਨੂੰ ਦੇਖ ਕੇ ਸਾਰੇ ਅਚੰਭੇ ਹੋ ਗਏ ਆ ਕਿ ਕਾਫੀ ਸਾਲਾਂ ਬਾਅਦ ਘਰ ਦੇ ਵਿੱਚ ਬਾਬਾ ਈਸ਼ਰ ਸਿੰਘ ਹੁਣਾਂ ਦੀ ਜਿਹੜੀ ਸੀ ਉਹ ਮਿਹਰ ਹੋ ਗਈ ਆ ਕਿਸੇ ਐਸੀ ਔਲਾਦ ਵਾਸਤੇ ਜਿਹੜੀ ਔਲਾਦ ਨੂੰ ਜਿਹੜੇ ਦੇਵੀ ਦੇਵਤੇ ਵੀ ਤਰਸਦੇ ਆ। ਪਰ ਜਿਹੜੀ ਵਿਚਲੀ ਖੇਡ ਸੀ ਉਹ ਸਰਦਾਰ ਗੁਰਦੇਵ ਸਿੰਘ ਜਿਹੜੇ ਗਿਆਨੀ ਸੀ ਉਹਨਾਂ ਨੂੰ ਹੀ ਪਤਾ ਸੀਗਾ ਜਾਂ ਮਹਾਂਪੁਰਖ ਜਾਣਦੇ ਸੀਗੇ, ਹੋਰ ਇਹ ਖੇਡ ਜਿਹੜੀ ਸੀ ਕੋਈ ਨਹੀਂ ਸੀ ਜਾਣਦਾ। ਉਸ ਤੋਂ ਬਾਅਦ ਫਿਰ ਮਹਾਂਪੁਰਖਾਂ ਨੇ ਜਦ ਅਰਦਾਸ ਕੀਤੀ ਆ ਤੇ ਪੀਰ ਸੁਲੇਮਾਨ ਨੂੰ ਬੁਲਾਇਆ, ਉਹਨੂੰ ਕਹਿਤਾ ਕਿ ਤੂੰ ਇਸ ਤਰ੍ਹਾਂ ਕਰ ਕਿ ਤੂੰ ਜਾ ਕੇ ਹੁਣ ਉੱਥੇ ਜਨਮ ਲੈ ਲਾ, ਇਹਨਾਂ ਦੇ ਘਰ ਆਪਣੀ ਰੂਹ ਨੂੰ ਲੈ ਜਾ ਤੇ ਆਪਣੇ ਗਰਭ ਦੇ ਵਿੱਚ ਨਿਵਾਸ ਕਰ। ਜਦ ਇੰਨੀ ਗੱਲ ਹੋਈ ਆ ਤੇ ਫਿਰ ਪੀਰ ਸੁਲੇਮਾਨ ਨੇ ਕਹਿਤਾ ਸੀ ਮਹਾਂਪੁਰਖੋ ਹਜੇ ਜਿਹੜਾ ਪਿੰਜਰ ਹੈਗਾ ਜੋ ਮਨੁੱਖਾ ਦੇਹੀ ਦਾ ਸਰੀਰ ਆ ਇਹਨੂੰ ਬਣਨ ਨੂੰ ਤਕਰੀਬਨ 6 ਮਹੀਨੇ ਲੱਗ ਜਾਣੇ ਆ। ਹਜੇ ਤੁਸੀਂ ਮੈਨੂੰ 6 ਮਹੀਨੇ ਆਪਣੀ ਸੇਵਾ ਦੇ ਵਿੱਚ ਰੱਖੋ ਤਾਂ ਜੋ ਮੈਂ 6 ਮਹੀਨੇ ਆਪ ਦੇ ਬਚਨ ਬਲਾ ਸੁਣ ਸਕਾਂ, ਆਪ ਦੀ ਸੇਵਾ ਕਰ ਸਕਾਂ। ਜਦ 6 ਮਹੀਨੇ ਹੋਣਗੇ ਉਸ ਤੋਂ ਬਾਅਦ ਫਿਰ ਮੇਰੀ ਜਿਹੜੀ ਆਤਮਾ ਹੈਗੀ ਆ ਮੈਂ ਇਸ ਗਰਭ ਦੇ ਵਿੱਚ ਪ੍ਰਵੇਸ਼ ਕਰ ਜਾਵਾਂਗਾ। ਸੋ ਜਦ ਇਹ ਗੱਲ ਹੋਈ ਤਾਂ ਮਹਾਂਪੁਰਖ ਕਹਿੰਦੇ ਚੱਲ ਠੀਕ ਹੈ ਜਿਵੇਂ ਤੇਰੀ ਮਰਜ਼ੀ ਹੈ, ਪਰ ਇਸ ਤਰ੍ਹਾਂ ਹੈ ਕਿ ਤੂੰ ਇਸ ਗੁਰਦੁਆਰੇ ਸਾਹਿਬ ਦੇ ਅੰਦਰ ਰਹਿ ਸਕਦਾ ਹੈਗਾ, ਸੇਵਾ ਕਰ ਸਕਦਾ ਹੈਗਾ, ਪਰ ਗੁਰਦੁਆਰੇ ਸਾਹਿਬ ਦੇ ਅੰਦਰ ਇਹਨੇ ਕਿਸੇ ਤਰ੍ਹਾਂ ਦੀ ਕੋਈ ਪ੍ਰੇਤ ਲੀਲਾ ਨਹੀਂ ਦਿਖਾਲਣੀ ਹੈਗੀ ਆ। ਤਾਂ ਫਿਰ ਸੁਲੇਮਾਨ ਨੇ ਕਹਿਤਾ ਸੀਗਾ ਜੀ ਮਹਾਂਪੁਰਖੋ ਜਿਵੇਂ ਤੁਸੀਂ ਸਾਨੂੰ ਕਹੋਗੇ ਮੈਂ ਉਸੇ ਤਰ੍ਹਾਂ ਕਰਾਂਗਾ। ਪਰ ਫਿਰ ਦੇਖੋ ਜਿਹੜਾ ਸੀਗਾ ਪੀਰ ਸੁਲੇਮਾਨ ਇਹ ਜਿਹੜੀ ਰੂਹ ਸੀ ਇਹਦੀ ਗੁਰਦੁਆਰਾ ਸਾਹਿਬ ਮਹਾਂਪੁਰਖਾਂ ਦੇ ਅਸਥਾਨ ਦੇ ਉੱਤੇ ਰਹਿਣ ਲੱਗੀ ਆ। ਪਰ ਸਮਾਂ ਪਾ ਕੇ ਕਿਉਂਕਿ ਮਨਮੋਹਨ ਸਿੰਘ ਵੀ ਇਸੇ ਹੀ ਸਥਾਨ 'ਤੇ ਮਹਾਂਪੁਰਖਾਂ ਦੀ ਸੇਵਾ ਦੇ ਵਿੱਚ ਹਾਜ਼ਰ ਹੋ ਗਿਆ ਸੀਗਾ। ਇਹ ਫਿਰ ਜਿਹੜਾ ਸੁਲੇਮਾਨ ਸੀਗਾ ਸਮਾਂ ਪਾ ਕੇ ਫਿਰ ਕਿਤੇ ਇਹ ਸਰਦਾਰ ਮਨਮੋਹਨ ਸਿੰਘ ਦੇ ਸਰੀਰ ਦੇ ਵਿੱਚ ਆ ਕੇ ਸੰਗਤਾਂ ਦੇ ਨਾਲ ਭਵਿੱਖ ਬਚਨ ਵੀ ਕਰ ਲੈਂਦਾ ਸੀਗਾ। ਤੇ ਜਿਹਦੀ ਸੰਗਤਾਂ ਨੇ ਸੰਤ ਬਾਬਾ ਈਸ਼ਰ ਸਿੰਘ ਹੁਣਾਂ ਨੂੰ ਇਹ ਦੱਸ ਦਿੱਤਾ ਸੀਗਾ ਕਿ ਜਿਹੜਾ ਪ੍ਰੇਤ ਸੁਲੇਮਾਨ ਉਹ ਕਹਿੰਦੇ ਭਵਿੱਖ ਬਚਨ ਵੀ ਜਿਹੜਾ ਦੱਸ ਦਿੰਦਾ ਹੈਗਾ।
तो फिर बाबा ईश्वर सिंह जी कह लगे कहते अच्छा चलो कहते अज देखते हैं इनू पुछ के। तो फिर बाबा ईश्वर सिंह हुणां ने जद है ना पीर सुलेमान नूं बुलाया तो उन्होंने पूछा कि सानू संगतां तो पता लगा कि तू भूत भविख जिहड़े बचन है ये भी सारे कर लैंदा है। तो फिर सुलेमान ने कहा जी हाँ मैं है ना कुछ कुछ जो जानदा मैं दस सकदा हाँ। फिर महापुरखां ने दस्सिया सीगा कि तू साडे जिहड़ा साडे जीवन बारे दस सकदा है कि असीं संसार दे विच किन्ना चिर रहांगे। फिर सुलेमान ने जाणी दस्सिया सीगा कि तुसीं है ना इस संसार दे अंदर 10 साल जिहड़ा हैगा अपना जीवन होर सेवा दे विच निभाओगे ते तुसीं विदेश जाके अपना जिहड़ा ना शरीर आ पूरा करोगे। जद ये जिहड़े बचन सी सुलेमान प्रेत ने बाबा ईश्वर सिंह हुणां ने कीते तो बाबा ईश्वर सिंह जी मुस्करा गए तो कहण लगे कहंदे चल ठीक है कहंदे भी तू भाई इस तरह कर सेवा जरूर करी जा पर किसी नूं किसी तरह कोई तंग परेशान ना कर। इस तरह ना पीर सुलेमान जिहड़ा सीगा ये महापुरखां दे स्थान दे उत्ते इहदी जिहड़ी रूह सी रहनी शुरू हो गई। पर समा समा करके मनमोहन सिंह दे शरीर 'च आके फिर भी है ना दूसरियां संगतां दे नाल कई तरह की गलबात कर लैंदा सीगा। पर इधर जद 6 महीने हो गए जसमीत कौर दे गर्भ दे विच ते महापुरखां ने फिर सुलेमान प्रेत नूं अपने पास सद्दिया। सद के इन्हां नूं कहण लगे कहंदे भाई हुण 6 महीने हो गए आ ते तूं हुण है ना गर्भ दे विच चला जा। जद ये गल होई तो फिर प्रेत सुलेमान कहंदा जी ठीक है मैं गर्भ दे विच चला जांदा हैगा। ते ये कह के ने जद प्रेत सुलेमान जिहड़ा सीगा जद गर्भ दे विच आया गर्भ दे विच गया पर उस तो बाद प्रेत सुलेमान जिहड़ा सीगा है ना ये मनमोहन सिंह दे शरीर नूं छड्ड गया। तो महापुरखां ने फिर वचन लिया सीगा कि तू है ना होण तो बाद मनमोहन सिंह दे शरीर दे विच बिल्कुल नहीं आउणा हैगा ते तू किसी तरह का कोई दुख तकलीफ नहीं देनी। इस तरह है ना 2 हफ्ते तकरीबन पीर सुलेमान प्रेत की जिहड़ी रूह सी मनमोहन सिंह के शरीर में नहीं आई। पर 2 हफ्ते तो बाद ही जब जिहड़ी रूह सी ना वापस फिर इस शरीर दे विच मनमोहन सिंह दे आई आ ते सारे डेरे दे विच जिन्नी भी साध संगत सी उन्हां नूं पता लग गया कि सुलेमान दी प्रेत दी जिहड़ी रूह सीगी वो गर्भ दे विच प्रवेश नहीं कीती वो वापस आ गई है। पर जदों संतां ने फिर पीर सुलेमान प्रेत नूं दोबारा बुलाया उन्होंने पूछा कि भाई तू तो कहंदा सीगा कि मैं 6 महीने बाद अपनी रूह जिहड़ी गर्भ विच प्रवेश कर लूँगा पर तू साडे नाल झूठ बोलिया है तू गर्भ विच क्यों नहीं गया हैगा। फिर सुलेमान प्रेत ने महापुरखां दे अगे है ना रो के गल कीती सी कि महापुरखों मैं गर्भ दे विच गया सीगा पर 2 हफ्ते गर्भ च रहण करके है ना गर्भ दे विच मैनूं बहुत ज़्यादा तकलीफ ते दुख सहणे पए आ। मैं इन्ने भारे जिहड़े दुख है ना गर्भ दे विच बर्दाश्त नहीं कर सकिया ते इस करके तुसीं मैनूं थोड़ा टाइम होर दिओ तां जो मैं तुहाडी है ना सेवा कर सकां। फिर देखो महापुरखा बाबा ईश्वर सिंह हुणां नूं फिर सुलेमान प्रेत ते दोबारा तरस आ गया तो कहण लगे कहंदे ठीक है ताता कहंदे तू सेवा कर सकदा हैगा जदों असीं तैनूं फिर दोबारा इस गर्भ दे विच जाण नूं कहांगे तू चला जाईं। तो प्रेत सुलेमान महापुरखां दा आखा मन के दोबारा फिर इस डेरे दे स्थान दे विच रहण लगा तो समा पा के फिर ये मनमोहन सिंह दे शरीर दे विच आके भी अपनी जिहड़ी गलबात सी बाकी संगतां दे नाल सांझी कर लैंदा सीगा। इस तरह करदਿਆਂ करदਿਆਂ जब काफ़ी समा हो गया तो तकरीबन 9-10 महीने जब बीते आ तो महापुरखां ने फिर सुलेमान प्रेत नूं एक दिन कहा हैगा कि भाई हुण समा हो गया है तेरे जन्म लैण दा तू दोबारा है ना गर्भ दे विच प्रवेश कर। जब इन्नी गल होई है तो फिर सुलेमान प्रेत ने आख्या सीगा महापुरखो कि तुसीं समर्थ हो हरेक गल्लां विच तुसीं समर्थ तुसीं जाणीजार हो पर मेरी ये इच्छा हैगी आ कि मैं उस दिन जन्म लऊँगा जिस दिन है ढाडा इस धरती दे उत्ते अवतार होया सीगा। जद ये गल प्रेत सुलेमान ने महापुरखां नूं दसी सी फिर महापुरख चुप कर गए तो प्रेत सुलेमान ने कहा कि ढाडा है ना 5 अगस्त नूं जन्म होया सीगा 5 अगस्त नूं ढाडा जन्म होया सी 5 अगस्त नूं है ना मैं इस गर्भ दे विच प्रवेश करके जन्म लऊँगा। देखो करदे करदे ਜਦੋਂ महापुरखा ने है ना 4 अगस्त नूं सुलेमान प्रेत की रूह नूं दोबारा साधिया पर हैरानी की गल ये सीगी कि ये जिहड़ा गर्भ का समा सीगा ये टप के 11.5 महीने का हो गया सीगा पर प्रेत सुलेमान की जिहड़ी रूह सी अजे भी गर्भ विच प्रवेश नहीं सी करी। पर महापुरखा ने 4 अगस्त नूं जद सुलेमान प्रेत नूं जिहड़ा सी वो सद्दिया सद के कहण लगे कहंदे भाई हुण जिहड़ा है ना तू गर्भ दे विच चला जा क्योंकि तू वचन कीता सीगा कि मैं 5 अगस्त नूं है ना गर्भ दे विच जाके ते अपना जन्म लवांगा। फिर प्रेत सुलेमान ने महापुरखां नूं मत्था टेकिया सीगा ते कहण लगे महापुरखो मैनूं बड़ी खुशी है कि मैं तुहाडे जन्म दिन दे उत्ते ही है ना इस गर्भ दे विच जन्म लैके संसार ते आवांगा। सो जद मैं बाहर आवांगा तुसीं मैनूं अपने मेहर भरिया हत्थ जिहड़ा है ना मेरे ते रखना हैगा ते मैनूं तुसीं अपना सेवक बना के रखना हैगा तां जो मैं तुहाडी सेवा विच रहिंदा होया है ना अपना ये जन्म पूरा कर सकां। सो बाबा ईश्वर सिंह हुणां ने ना
ਫਿਰ ਪ੍ਰੇਤ ਸੁਲੇਮਾਨ ਨੂੰ ਜਿਹੜੇ ਸੀ ਇਹ ਸਾਰੀਆਂ ਜਿਹੜੀਆਂ ਜਾਣੀ ਕਿ ਬਖਸ਼ਿਸ਼ਾਂ ਸੀਗੀਆਂ ਉਹ ਦਿੱਤੀਆਂ। ਬਖਸ਼ਿਸ਼ਾਂ ਦੇਣ ਤੋਂ ਬਾਅਦ ਫਿਰ ਪ੍ਰੇਤ ਸੁਲੇਮਾਨ ਦੀ ਰੂਹ ਜਿਹੜੀ ਹੈ ਨਾ 4 ਅਗਸਤ ਨੂੰ ਜਦੋਂ ਮਨਮੋਹਨ ਸਿੰਘ ਦੇ ਸਰੀਰ ਨੂੰ ਛੱਡ ਕੇ ਗਈ ਆ, ਤੇ ਜਦ ਗਈ ਆ ਤੇ ਮਨਮੋਹਨ ਸਿੰਘ ਨੂੰ ਹੈ ਨਾ ਉਸ ਟਾਈਮ ਜਿਹੜਾ ਸੀਗਾ ਇੱਕ ਧੱਕਾ ਪਿਆ। ਜਦ ਧੱਕਾ ਪੈਂਦੇ ਸਾਰੀ ਜਿਹੜਾ ਮਨਮੋਹਨ ਸਿੰਘ ਸੀਗਾ ਇਹ ਮੁੰਦੇ ਮੂੰਹ ਜਿਹੜਾ ਸੀਗਾ ਮਹਾਂਪੁਰਖਾਂ ਦੇ ਅੱਗੇ ਡਿੱਗ ਪਿਆ। ਡਿੱਗਣ ਦੇ ਨਾਲ ਤੇ ਇੱਧਰੋਂ ਪ੍ਰੇਤ ਪੀਰ ਸੁਲੇਮਾਨ ਦੀ ਰੂਹ ਜਿਹੜੀ ਸੀ ਉਹ ਗਰਭ ਦੇ ਵਿੱਚ 11.5 ਮਹੀਨੇ ਦੇ ਬਾਅਦ ਪ੍ਰਵੇਸ਼ ਕਰ ਗਈ। ਜਦ ਪ੍ਰਵੇਸ਼ ਕਰ ਗਈ ਆ ਤੇ ਇੱਧਰੋਂ ਫਿਰ ਜਿਹੜਾ ਮਨਮੋਹਨ ਸਿੰਘ ਸੀਗਾ ਇਹ ਕੁਛ ਚਿਰ ਬਾਅਦ ਜਦ ਉੱਠਿਆ ਹੈਗਾ, ਜਦ ਉੱਠਿਆ ਤੇ ਇਹ ਤੋਂ ਉੱਠ ਨਾ ਹੋਵੇ ਕਿਉਂਕਿ ਇਹਦਾ ਜਿਹੜਾ ਸਰੀਰ ਸੀਗਾ ਪੂਰੀ ਤਰ੍ਹਾਂ ਕਮਜ਼ੋਰ ਹੋ ਚੁੱਕਾ ਸੀਗਾ। ਪਰ ਜਦੋਂ ਸੇਵਾਦਾਰਾਂ ਨੇ ਉਠਾਉਣ ਨੂੰ ਕਿਹਾ ਤਾਂ ਮਹਾਂਪੁਰਖ ਨੇ ਇਸ਼ਾਰਾ ਕਰਤਾ ਕਿ ਕੋਈ ਗੱਲ ਨਹੀਂ, ਇਹ ਮਨਮੋਹਨ ਸਿੰਘ ਆਪ ਹੀ ਉੱਠੇਗਾ। ਜਦ ਮਨਮੋਹਨ ਸਿੰਘ ਥੋੜ੍ਹਾ ਉੱਠਿਆ, ਉੱਠ ਕੇ ਜਦ ਸੇਵਾਦਾਰਾਂ ਨੇ ਕੀ ਦੇਖਿਆ ਕਿ ਇਹਦਾ ਜਿਹੜਾ ਸਰੀਰ ਸੀ ਨਾ ਬੁਰੀ ਤਰ੍ਹਾਂ ਕੰਬ ਰਿਹਾ ਸੀਗਾ। ਜਦ ਕੰਬ ਰਿਹਾ ਸੀਗਾ ਤੇ ਇਹਨੂੰ ਫਿਰ ਹੈ ਨਾ ਕੰਮ ਦਾ ਜਦੋਂ ਇਹ ਫਿਰ ਥੋੜ੍ਹਾ ਖੜਾ ਹੋਇਆ ਤੇ ਇਨ ਮਹਾਂਪੁਰਖਾਂ ਨੇ ਫਿਰ ਇਹਨੂੰ ਪੁੱਛਿਆ, ਕਹਿੰਦੇ ਵੀ ਦੱਸ ਵੀ ਤੇਰੀ ਹੁਣ ਜਿਹੜੀ ਸਰੀਰ ਦੀ ਹਾਲਤ ਕੀ ਹੈ। ਤੇ ਫਿਰ ਮਨਮੋਹਨ ਸਿੰਘ ਨੇ ਹੈ ਨਾ ਕੰਮ ਦੇ ਹੱਥਾਂ ਦੇ ਨਾਲ ਕਿਹਾ ਸੀਗਾ ਕਿ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਬਹੁਤ ਭਾਰੀ ਕੋਈ ਚੀਜ਼ ਜਿਹੜੀ ਹੈ ਨਾ ਮੇਰੇ ਅੰਦਰੋਂ ਨਿਕਲ ਗਈ ਹੈਗੀ ਆ ਤੇ ਮੇਰਾ ਸਰੀਰ ਹੁਣ ਖਾਲੀ ਲੱਗਦਾ ਹੈਗਾ। ਜਦ ਇਹ ਗੱਲ ਹੋਈ ਆ ਤੇ ਫਿਰ ਮਨਮੋਹਨ ਸਿੰਘ ਨੂੰ ਫਿਰ ਮਹਾਂਪੁਰਖਾਂ ਨੇ ਪੁੱਛਿਆ ਸੀਗਾ ਕਿ ਜਦੋਂ ਇਹ ਰੂਹਾਂ ਜਾਂਦੀਆਂ, ਇਹ ਜਾਣ ਲੱਗੀਆਂ ਕੋਈ ਨਾ ਕੋਈ ਜਿਹੜੀ ਨਾ ਪੱਕੀ ਨਿਸ਼ਾਨੀ ਦੇ ਕੇ ਜਾਂਦੀਆਂ, ਤੂੰ ਦੱਸ ਵੀ ਤੇਰੀ ਅੰਦਰ ਕੋਈ ਐਸੀ ਕੋਈ ਨਿਸ਼ਾਨੀ ਹੈ ਜਿਹੜਾ ਸੁਲੇਮਾਨ ਤੇਰੇ ਸਰੀਰ ਦੇ ਵਿੱਚ ਜਾਣ ਲੱਗਾ ਤੈਨੂੰ ਦੇ ਕੇ ਗਿਆ ਹੈਗਾ। ਫਿਰ ਮਨਮੋਹਨ ਸਿੰਘ ਨੇ ਦੱਸਿਆ ਸੀਗਾ ਕਿ ਮੇਰੀ ਪਹਿਲਾਂ ਜਿਹੜੀ ਜ਼ੁਬਾਨ ਸੀਗੀ ਨਾ ਤਾਲੂ ਦੇ ਨਾਲ ਲੱਗੀ ਹੁੰਦੀ ਸੀ, ਅੱਜ ਮੇਰੀ ਜ਼ੁਬਾਨ ਜਿਹੜੀ ਹੈ ਮੈਨੂੰ ਇਸ ਤਰ੍ਹਾਂ ਲੱਗਾ ਹੈਗਾ ਕਿ ਤਾਲੂ ਦੇ ਨਾਲੋਂ ਖੁੱਲ੍ਹ ਗਈ ਹੈ। ਪਰ ਜਦੋਂ ਮਨਮੋਹਨ ਸਿੰਘ ਨੇ ਆਪਣੀ ਜਿਹੜੀ ਜੀਭ ਸੀਗੀ ਬਾਹਰ ਕੱਢੀ ਤੇ ਜਦ ਸੰਗਤ ਤੇ ਸੇਵਾਦਾਰਾਂ ਨੇ ਮਨਮੋਹਨ ਸਿੰਘ ਦੀ ਜੀਭ ਨੂੰ ਦੇਖਿਆ ਤੇ ਕੀ ਤੱਕਿਆ, ਮਨਮੋਹਨ ਸਿੰਘ ਦੀ ਜੀਭ ਦੇ ਵਿੱਚ ਹਨ ਕਾਫੀ ਭਾਰੇ ਛਾਲੇ ਪਏ ਹੋਏ ਸੀਗੇ, ਜਿਹੜੇ ਪ੍ਰੇਤ ਸੁਲੇਮਾਨ ਦੀ ਜਿਹੜੀ ਨਿਸ਼ਾਨੀ ਸੀਗੀ ਮਨਮੋਹਨ ਸਿੰਘ ਦੀ ਜੀਭ ਦੇ ਉੱਤੇ ਪ੍ਰਗਟ ਹੋਈ ਸੀ ਜਦੋਂ ਉਹਨੇ ਮਨਮੋਹਨ ਸਿੰਘ ਦੇ ਸਰੀਰ ਨੂੰ ਛੱਡਿਆ ਸੀਗਾ। ਸੋ ਉਸ ਤੋਂ ਬਾਅਦ ਹੈ ਨਾ ਫਿਰ ਜਦ 5 ਤਰੀਕ ਹੋਈ ਆ ਤੇ ਸਰਦਾਰ ਗੁਰਦੇਵ ਸਿੰਘ ਗਿਆਨੀ ਜੀ ਨੇ ਮਹਾਂਪੁਰਖਾਂ ਨੂੰ ਜਿਹੜਾ ਸੀਗਾ ਉਚੇਚੇ ਤੌਰ 'ਤੇ ਦੱਸਿਆ ਕਿ ਸਾਡੇ ਘਰ ਦੇ ਵਿੱਚ ਜਿਹੜਾ ਹੈ ਨਾ ਇੱਕ ਸੁੰਦਰ ਬਾਲਕ ਨੇ ਜਨਮ ਲਿਆ ਹੈਗਾ। ਪਰ ਇਹਦਾ ਜਿਹੜਾ ਜਨਮ ਹੈ ਨਾ ਇਹ ਜੋ ਕੁਦਰਤੀ ਤਰੀਕਾ ਹੈਗਾ ਉਹਦੇ ਅਨੁਸਾਰ ਹੀ ਹੋਇਆ ਸੀ। ਭਾਵੇਂ ਡਾਕਟਰਾਂ ਨੇ ਸਾਨੂੰ ਇਹ ਜਿਹੜਾ 11.5 ਮਹੀਨੇ ਬੱਚੇ ਦਾ ਗਰਭ ਦੇ ਵਿੱਚ ਰਹਿਣਾ ਇਹਦਾ ਪ੍ਰਸ਼ਨ ਕਰਨ ਵਾਸਤੇ ਕਹਿ ਦਿੱਤਾ ਸੀਗਾ, ਪਰ ਕਹਿੰਦੇ ਅਸੀਂ ਪ੍ਰਸ਼ਨ ਨਹੀਂ ਕਰਾਇਆ ਕਿਉਂਕਿ ਸਾਨੂੰ ਤੁਹਾਡੇ ਉੱਤੇ ਪੂਰਾ ਵਿਸ਼ਵਾਸ ਹੈਗਾ ਤੇ ਸਾਨੂੰ ਇਹ ਪਤਾ ਸੀਗਾ ਕਿ ਇਹ ਜਿਹੜਾ ਬੱਚਾ ਜਨਮ ਲੈਣਾ ਹੈ ਕੋਈ ਆਮ ਬੱਚਾ ਨਹੀਂ ਹੈਗਾ, ਇਹ ਖਾਸ ਰੂਹ ਹੈ ਤੇ ਇਹ ਖਾਸ ਰੂਹ ਜਿਹੜੀ ਹੈ ਨਾ ਇਹ ਪੀਰ ਸੁਲੇਮਾਨ ਪ੍ਰੇਤ ਦੀ ਹੈਗੀ ਆ। ਉਸ ਤੋਂ ਬਾਅਦ ਇਹ ਬੱਚਾ ਜਿਹੜਾ ਸੀ ਜਵਾਨ ਹੋਣਾ ਸ਼ੁਰੂ ਹੋਇਆ ਤੇ ਮਹਾਂਪੁਰਖਾਂ ਨੇ ਇਸ ਬੱਚੇ ਦੀ ਜਿਹੜੀ ਦੇਖਭਾਲ ਸੀ ਬਾਬਾ ਈਸ਼ਰ ਸਿੰਘ ਹੋਣਾ ਨੇ ਆਪਣੇ ਧਿਆਨ ਦੇ ਵਿੱਚ ਆਪ ਰੱਖੀ ਆ। ਤਕਰੀਬਨ 5 ਸਾਲ ਜਿਹੜਾ ਸੀਗਾ ਨਾ ਇਸ ਬੱਚੇ ਦਾ ਮਹਾਂਪੁਰਖਾਂ ਨੇ ਨਾਮ ਨਹੀਂ ਰੱਖਿਆ। ਜਦ 5 ਸਾਲ ਹੋਏ ਆ ਤਾਂ ਮਹਾਂਪੁਰਖ ਜਿਹੜੇ ਸੀਗੇ ਪੂਰਨਮਾਸ਼ੀ ਵਾਲੇ ਦਿਨ ਅੰਮ੍ਰਿਤਸਰ ਇਸ ਬੱਚੇ ਨੂੰ ਲੈ ਕੇ ਗਏ ਆ। ਫਿਰ ਇੱਥੇ ਜਦ ਮਹਾਂਪੁਰਖਾਂ ਨੇ ਇਹਦਾ ਨਾਮ ਕਢਾਇਆ ਤੇ ਇਹਦਾ ਜਿਹੜਾ ਨਾਮ ਸੀ ਗੱਗਾ ਅੱਖਰ ਦੇ ਵਿੱਚ ਨਿਕਲਿਆ। ਜਦ ਗੱਗਾ ਅੱਖਰ ਦੇ ਵਿੱਚ ਨਿਕਲਿਆ ਤਾਂ ਮਹਾਂਪੁਰਖਾਂ ਨੇ ਹੈ ਨਾ ਫਿਰ ਇਹਦਾ ਨਾਮ ਗੁਰਬਖਸ਼ੀਸ਼ ਸਿੰਘ ਰੱਖਿਆ ਸੀਗਾ। ਜਦੋਂ ਨਾਂ ਗੁਰਬਖਸ਼ੀਸ਼ ਸਿੰਘ ਰੱਖਿਆ ਹੈ ਨਾ ਇਹ ਜਿਹੜਾ ਬੱਚਾ ਸੀਗਾ ਜਦ ਛੋਟੀ ਉਮਰ ਦਾ ਹੁੰਦਾ ਸੀਗਾ ਤੇ ਉਹਨਾਂ ਟਾਈਮਾਂ ਦੇ ਵਿੱਚ ਵੀ ਇਸ ਸੰਗਤ ਨੂੰ ਇਹ ਦੱਸਦਾ ਰਹਿੰਦਾ ਸੀਗਾ ਕਿ ਮੈਂ ਸੁਲੇਮਾਨ ਪ੍ਰੇਤ ਹਾਂ ਤੇ ਮੈਨੂੰ ਜੋ ਪਿਛਲਾ ਜੋ ਪ੍ਰੇਤ ਜੂਨੀ ਦੇ ਵਿੱਚ ਜੋ ਮੇਰੇ ਨਾਲ ਹੁੰਦਾ ਸੀਗਾ ਵਾਕਿਆ ਉਹ ਮੈਨੂੰ ਅਜੇ ਵੀ ਪੂਰੀ ਤਰ੍ਹਾਂ ਯਾਦ ਹੈਗਾ। ਸੋ ਇਹ ਜਿਹੜਾ ਬੱਚੇ ਦਾ ਜਨਮ ਸੀਗਾ ਜਿਹੜਾ ਪ੍ਰੇਤ ਜੂਨੀ ਤੋਂ ਮੁਕਤ ਹੋ ਕੇ ਗਿਆਨੀ ਸਰਦਾਰ ਗੁਰਦੇਵ ਸਿੰਘ ਦੇ ਗ੍ਰਹਿ ਵਿਖੇ ਹੋਇਆ ਸੀਗਾ ਹੈ ਨਾ। ਇਹ ਜਨਮ ਤਾਂ ਜਿਹੜਾ ਸੀਗਾ ਇਹ 5 ਅਗਸਤ 1968 ਨੂੰ ਹੋਇਆ ਸੀਗਾ ਸੁਲੇਮਾਨ ਪ੍ਰੇਤ ਦਾ ਜਨਮ। ਤੇ ਉਸ ਤੋਂ ਬਾਅਦ 5 ਸਾਲ ਬਾਅਦ ਫਿਰ ਮਹਾਂਪੁਰਖਾਂ ਨੇ ਜਿਹੜਾ ਸੀ ਇਹਦਾ ਨਾਮ ਗੁਰਬਖਸ਼ੀਸ਼ ਸਿੰਘ ਰੱਖਿਆ ਸੀਗਾ। ਇਸ ਤੋਂ ਬਾਅਦ ਫਿਰ ਇਹ ਜਿਹੜੇ ਬੱਚੇ ਸੀਗੀ ਇਹਨੂੰ ਜੋ ਮਨੁੱਖਾ ਜਨਮ ਹੋਇਆ ਹੈਗਾ ਇਹ ਮਹਾਂਪੁਰਖਾਂ ਦੀ ਕਿਰਪਾ ਦ੍ਰਿਸ਼ਟੀ ਸਦਕਾ, ਕਿਉਂਕਿ ਜੋ ਬਚਨ ਧਰਮਰਾਜ ਨੇ ਉਸ ਟਾਈਮ ਸੁਲੇਮਾਨ ਪ੍ਰੇਤ ਨੂੰ ਜਿਹੜੇ ਸੀਗੇ ਉਸ ਧਰਮਰਾਜ ਦੀ ਕਚਹਿਰੀ ਦੇ ਵਿੱਚ ਕਹੇ ਸੀਗੇ ਕਿ ਤੈਨੂੰ 1000 ਸਾਲ ਜਿਹੜਾ ਨਾ ਪ੍ਰੇਤ ਜੂਨੀ ਦੇ ਵਿੱਚ ਰਹਿਣਾ ਪਵੇਗਾ। ਜਦ 1000 ਸਾਲ ਦਾ ਆਖਰੀ ਸਾਲ ਹੋਏਗਾ ਉਸ ਸਾਲ ਦੇ ਵਿੱਚ ਫਿਰ ਤੈਨੂੰ ਮਹਾਂਪੁਰਖ ਸੰਤ ਬਾਬਾ ਈਸ਼ਰ ਸਿੰਘ ਜੀ ਜਿਹੜੇ ਸੀ ਉਹਨਾਂ ਦਾ ਮਿਲਾਪ